ਇਸੇ ਗੱਲ ਦਾ ਰੋਣਾ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਹੁਣੀ ਦਿੱਲੀ ਰੋ ਕੇ ਆਏ ਨੇ ਕਿ ਉਹ ਤੇ ਸਾਡੇ ਸਮਾਨਾਂਤਰ ਇੱਕ ਸਰਕਾਰ ਚਲਾ ਰਹੇ ਨੇ, ਤੇ ਜਦੋਂ ਬੰਦਾ ਇੱਕ ਸਮਾਨਾਂਤਰ ਸਰਕਾਰ ਚਲਾਉਂਦਾ ਹੋਵੇ ਫਿਰ ਉਹਨੇ ਹਾਈ ਕਮਾਂਡ ਤੋਂ ਕੀ ਡਰਨਾ। ਸਿਆਸੀ ਪਾਰੀ ਸੀ 5 ਸਾਲਾਂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ। ਇਸ ਦੇ ਵਿੱਚ ਸਿੱਧੂ ਜੇ ਮੰਨ ਲਈਏ ਕਿ ਸਿਫਰ ਤੇ ਨਾ ਸੀ, ਪਰ 1-2 ਤੇ ਆਊਟ ਹੋ ਗਏ, ਚੌਕਾ ਛੱਕਾ ਵੱਜਾ ਕੋਈ ਨਹੀਂ। ਪਿੱਚ ਤੇ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਖੇਡ ਰਿਹਾ, ਨਾ ਕਿ ਨਵਜੋਤ ਸਿੰਘ ਸਿੱਧੂ। ਵਾਰ-ਵਾਰ ਇਹ ਵੀ ਕਹਿ ਰਹੇ ਨੇ ਕਿ ਸਾਡੀ ਜਦੋਂ ਸਰਕਾਰ ਆਊਗੀ ਅਸੀਂ ਇਦਾਂ ਕਰਾਂਗੇ, ਸਾਡੀ ਜਦੋਂ ਸਰਕਾਰ ਆਊਗੀ ਅਸੀਂ ਇਦਾਂ ਕਰਾਂਗੇ। ਹੁਣ ਕਿਹੜੀ ਤਾਲੀਬਾਨੀਆਂ ਦੀ ਸਰਕਾਰ ਹੈ? ਸਰਕਾਰਾਂ ਦੇ ਕੋਲ ਬਹੁਤ ਕੁਝ ਇਹੋ ਜਿਹਾ ਹੁੰਦਾ ਹੈ ਜਿੱਥੇ ਸਰਕਾਰ ਜਿਹੜੀ ਆ ਕਿਸੇ ਪ੍ਰਾਈਵੇਟ ਕੰਪਨੀ ਨੂੰ ਖਾਸ ਤੌਰ ਤੇ ਉਹਨੂੰ ਮਜਬੂਰ ਕਰ ਸਕਦੀ ਹੈ ਕਿ ਭਾਈ ਤੁਸੀਂ ਇਹ ਸੇਵਾਵਾਂ ਚੱਜ ਨਾਲ ਨਹੀਂ ਦਿੱਤੀਆਂ ਤੇ ਹੁਣ ਦਿਓ। ਸਰਕਾਰ ਨੂੰ ਖਿਆਲ ਰੱਖਣਾ ਪਏਗਾ। ਇਹ ਹੁਣ ਸਰਕਾਰਾਂ ਜਿਹੜੀਆਂ ਆਪਣੀ ਜ਼ਿੰਮੇਵਾਰੀ ਛੱਡਦੀਆਂ ਜਾ ਰਹੀਆਂ ਨੇ। ਸਨੀ ਦਿਓਲ ਦਾ ਨਾਂ ਜਾਣਾ ਸਮਝ ਨਹੀਂ ਆਉਂਦਾ ਕਿਉਂਕਿ ਉੱਥੇ ਤਾਂ ਸਰਕਾਰ ਵੀ ਆਪਣੀ ਹੈ ਤੇ ਮੌਜਾਂ ਵੀ ਆਪਣੀਆਂ, ਸਪੀਕਰ ਵੀ ਆਪਣੇ ਨੇ, ਮੰਤਰੀ ਵੀ ਤੇ ਪ੍ਰਧਾਨ ਮੰਤਰੀ ਸਾਰੇ ਹੀ ਆਪਣੇ ਨੇ। ਫੇਰ ਕਿਸ ਤੋਂ ਘਬਰਾਉਣਾ? ਸਨੀ ਦਿਓਲ ਨੇ ਜਿਸ ਤਰ੍ਹਾਂ ਦਾ ਸੀਟ ਜਿੱਤਣ ਤੋਂ ਬਾਅਦ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਇਆ, ਸਾਨੂੰ ਇਹ ਜਿਹੜਾ ਇਸ ਦੀ ਉਮੀਦ ਬਿਲਕੁਲ ਨਹੀਂ ਸੀ। ਜੇਕਰ ਇਹਨਾਂ ਖਿਡਾਰੀਆਂ ਦੀ ਬਾਂਹ ਕਿਤੇ ਪਹਿਲਾਂ ਫੜੀ ਹੁੰਦੀ, ਜੇਕਰ ਸਾਰੇ ਨਵੀਨ ਪਟਨਾਇਕ ਬਣੇ ਹੁੰਦੇ ਤਾਂ ਸਾਡੇ ਦੇਸ਼ ਦੇ ਜਿਹੜੇ ਰਿਜ਼ਲਟ ਆ ਉਹ ਕੁਝ ਹੋਰ ਹੋਣੇ ਸੀ। ਤੇ ਜੇ ਤੁਸੀਂ ਪੰਜਾਬ ਦੀਆਂ ਪ੍ਰਮੁੱਖ ਅਖਬਾਰਾਂ ਦੇ ਅੰਦਰਲੇ ਸਫ਼ੇ ਦੇ ਵਿੱਚ ਜਾ ਕੇ ਇੱਕ ਫੁੱਲ ਪੇਜ ਰੰਗਦਾਰ ਐਡ ਜਿਹੜੀ ਹੈ ਲੱਗੀ ਹੋਈ ਪੰਜਾਬ ਸਰਕਾਰ ਦੀ ਵੇਖੀ, ਜਿਸ ਵਿੱਚ ਖਿਡਾਰੀਆਂ ਦੇ ਫੈਲੀਸੀਟੇਸ਼ਨ ਪ੍ਰੋਗਰਾਮ ਦੀ, ਸਨਮਾਨ ਸਮਾਰੋਹ ਦੀ ਤਫਸੀਲ ਦਿੱਤੀ ਗਈ, ਉਹ ਮੇਰਾ ਖਿਆਲ ਹੈ ਕਿ ਉਸ ਤੋਂ ਚੌਥਾ ਹਿੱਸਾ ਵੀ ਹੁੰਦੀ ਤੇ ਸਰ ਜਾਣੀ ਸੀ। ਉਹ ਰੰਗਦਾਰ ਨਾ ਵੀ ਹੁੰਦੀ ਫੇਰ ਵੀ ਕੰਮ ਚੱਲ ਜਾਣਾ ਸੀ। ਉਸ ਦੇ ਪੈਸੇ ਲੋਕ ਸੰਪਰਕ ਵਿਭਾਗ ਦੇ ਥਰੂ ਕਿੰਨੇ ਆਏ ਤੇ ਕਿਵੇਂ ਆਏ, ਇਸ ਗੱਲ ਦਾ ਕੋਈ ਹਿਸਾਬ ਹੈ? ਉਸ ਵੇਲੇ ਸੁਖਬੀਰ ਸਿੰਘ ਬਾਦਲ ਹੁਣੀ ਜੇਲ੍ਹ ਦੇ ਵਿੱਚ ਟਿਕਟ ਪਾਈ ਫਿਰ ਕੇ ਇਹਨਾਂ ਦੇ ਘਰ ਦੀਆਂ ਕੰਧਾਂ ਦੇ ਉੱਪਰੋਂ ਦੀ ਅੱਡੀਆਂ ਚੱਕ ਕੇ ਦੇਖਦੇ ਸੀ ਕਿ ਸੁਖਦੇਵ ਸਿੰਘ ਢੀਂਡਸਾ ਹੁਣੀ ਬਾਹਰ ਕਿਤੇ ਘੁੰਮਦੇ ਫਿਰਦੇ ਨਜ਼ਰ ਆਉਣ, ਮੈਂ ਉਹਨਾਂ ਦੀ ਜੇਲ੍ਹ ਦੇ ਵਿੱਚ ਟਿਕਟ ਪਾ ਦਿਆਂ। ਉਦੋਂ ਨਹੀਂ ਮੰਨੇ, ਫਿਰ ਉਹ ਗੇਟ ਦੇ ਥੱਲੇ ਦੀ ਟਿਕਟ ਛੱਡ ਕੇ ਉਹ ਪਰਮਿੰਦਰ ਸਿੰਘ ਢੀਂਡਸਾ ਨੂੰ ਚੱਕਣੀ ਪਈ। ਤੇ ਉਹਨਾਂ ਨੇ ਵੀ ਸੰਤਾਪ ਹੀ ਭੋਗਿਆ 10 ਸਾਲ, ਖਾਲੀ ਖਜ਼ਾਨਾ ਪੀਪਾ ਖੜਕਾਉਂਦੇ ਰਹੇ ਨੇ। ਤੇ ਮਨਪ੍ਰੀਤ ਬਾਦਲ ਦੇ ਵੀ ਇਹੋ ਹੀ ਹਾਲ ਹੈ। ਇੱਕ ਜਲੰਧਰ ਦੇ ਵਿੱਚ ਵਿਦਿਆਰਥੀ ਨੂੰ ਕਿਹਾ ਗਿਆ ਕਿ ਤੂੰ ਆਪਣਾ ਕੜਾ ਉਤਾਰ। ਉਸ ਵਿਦਿਆਰਥੀ ਵੱਲੋਂ ਵਿਰੋਧ ਕੀਤਾ ਗਿਆ ਕਿ ਮੈਂ ਆਪਣਾ ਕੜਾ ਨਹੀਂ ਉਤਾਰਨਾ। ਗੁਰਸਿੱਖ ਵਿਦਿਆਰਥੀ ਸੀ ਔਰ ਉਸ ਵਿਦਿਆਰਥੀ ਦੇ ਕੜੇ ਦੇ ਉੱਪਰ ਫਿਰ ਉਹ ਟੇਪ ਲਪੇਟੀ ਗਈ। ਉਸ ਕੜੇ ਦੇ ਵਿੱਚ ਉਹ ਕਿਹੜਾ ਜੰਤਰ ਫਿੱਟ ਕਰਕੇ ਲੈ ਕੇ ਚੱਲਾ ਸੀ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਾਹਿਰ ਮਹਿਮਾਨ ਹੋਣਗੇ ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਚਰਨਜੀਤ ਜੋਗੀ ਜੀ, ਤੇ ਅਸੀਂ ਉਹਨਾਂ ਦੇ ਨਾਲ ਪੰਜਾਬ ਦੀ ਸਿਆਸਤ ਦੀ ਲੰਬੀ ਚੌੜੀ ਗੱਲ ਕਰਾਂਗੇ ਤੇ ਮੁਲਕ ਦੀ ਸਿਆਸਤ ਦੇ ਵੀ ਕੁਝ ਅੰਸ਼ ਛੂਹਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਜੋਗੀ ਜੀ, ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ। ਸਿੱਧੂ ਸਾਹਿਬ ਨੇ 4 ਨਵੇਂ ਸਲਾਹਕਾਰ ਨਿਯੁਕਤ ਕੀਤੇ ਸੀ, ਜਿਨ੍ਹਾਂ ਵਿੱਚੋਂ ਡੀਜੀਪੀ ਮੁਹੰਮਦ ਮੁਸਤਫਾ ਨੇ ਜਵਾਬ ਦੇ ਦਿੱਤਾ ਤੇ ਹੁਣ ਖਬਰ ਆਈ ਹੈ ਕਿ ਪਿਆਰੇ ਲਾਲ ਗਰਗ ਵੀ ਆਨਾਕਾਨੀ ਕਰ ਰਹੇ ਨੇ। ਬਿਲਕੁਲ ਜੀ, ਸਿੱਧੂ ਸਾਹਿਬ ਜਦੋਂ ਤੋਂ ਉਹਨਾਂ ਨੇ ਕਮਾਨ ਸੰਭਾਲੀ ਹੈ ਬਹੁਤ ਸਪੀਡ ਦੇ ਨਾਲ ਨਿਕਲੇ ਨੇ। ਜਿਸ ਸਪੀਡ ਦੇ ਨਾਲ ਉਹ ਨਿਕਲੇ ਨੇ ਉਹ ਕਾਫੀ ਤੇਜ਼ ਗਤੀ ਉਹਨਾਂ ਨੇ ਜੀ। ਜਿੱਦਾਂ ਉਹ ਕ੍ਰਿਕਟ ਵੀ ਖੇਡਦੇ ਰਹੇ ਨੇ ਉੱਥੇ ਵੀ ਤੇਜ਼ ਗਤੀ ਦੇ ਨਾਲ ਉਹਨਾਂ ਨੇ ਬੈਟਿੰਗ ਕੀਤੀ ਹੈ। ਤੇਜ਼ ਤਰਾਰ ਨੇਤਾ ਕਹਿੰਦੇ, ਤੇਜ਼ ਤਰਾਰ ਹੁਣ ਇਸ ਵੇਲੇ ਸਿਆਸੀ ਪਿੱਚ ਦੇ ਉੱਪਰ ਵੀ ਬੜੀ ਤੇਜ਼ ਤਰਾਰ ਬੈਟਿੰਗ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਸਿੱਧੂ ਸਾਹਿਬ ਨੇ ਕਾਲੀ ਦੇ ਵਿੱਚ ਆਪਣੇ 4 ਸਿਆਸੀ ਸਲਾਹਕਾਰ ਨਿਯੁਕਤ ਕਰ ਲਏ। ਖੌਰੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਇਸੇ ਕਰਕੇ ਉਹ ਵਿਚਾਰੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਉਹਦੇ ਸਿਆਸੀ ਸਲਾਹਕਾਰ ਬਣ ਗਏ ਆ ਤਾਂ 35 ਸੱਟੇ ਡੀਜੀਪੀ ਸਾਹਿਬ ਜਿਹੜੇ ਸਾਬਕਾ ਸਾਡੇ ਮੁਸਤਫਾ ਸਾਹਿਬ ਆ ਉਹਨਾਂ ਨੇ ਤਾਂ ਨਾ ਕਰ ਦਿੱਤੀ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਅਹੁਦਾ ਨਾ ਲੈਣਾ, ਨਾ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਫਿੱਟ ਸਮਝਦਾ ਤੇ ਨਾ ਹੀ ਮੈਂ ਆਉਣਾ। ਸੌਰੀ, ਮੈਂ ਰੋਕਣਾ ਚਾਹੂੰਗੀ, ਮੁਸਤਫਾ ਸਾਹਿਬ ਨੂੰ ਪਹਿਲਾਂ ਨਹੀਂ ਸੀ ਪੁੱਛਿਆ ਗਿਆ ਅਹੁਦਾ ਦੇਣ ਤੋਂ ਪਹਿਲਾਂ? ਜੇਕਰ ਪੁੱਛਿਆ ਗਿਆ ਹੁੰਦਾ ਤਾਂ ਸ਼ਾਇਦ ਉਹਨਾਂ ਦੇ ਨਾਮ ਦੀ ਅਨਾਉਂਸਮੈਂਟ ਨਾ ਹੁੰਦੀ, ਨਾ ਅਖਬਾਰਾਂ ਦੇ ਵਿੱਚ ਆਉਂਦਾ, ਨਾ ਮੀਡੀਆ ਦੇ ਵਿੱਚ ਇਹ ਨਾਮ ਉੱਭਰਦਾ। ਹੋ ਸਕਦਾ ਬਾਅਦ ਚ ਦਬਾਅ ਪੈ ਗਿਆ ਹੋਵੇ। ਇਹ ਵੀ ਹੋ ਸਕਦਾ ਕਿਉਂਕਿ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੇ ਹੈਗੇ ਆ ਉਹਨਾਂ ਦੇ ਵੀ ਤਾਂ ਬਹੁਤ ਵੱਡੇ ਲਿੰਕ ਆ। ਹੋ ਸਕਦਾ ਕਿਤੇ ਪਿੱਛੋਂ ਕੋਈ ਚੁੰਡੀ ਵੜ ਦਿੱਤੀ ਹੋਵੇ, ਕਿਸੇ ਨੇ ਕੋਈ ਬਾਂਹ ਮਰੋੜ ਦਿੱਤੀ ਹੋਵੇ। ਇਹ ਵੀ ਹੋ ਸਕਦਾ ਕਿ ਮੁਸਤਫਾ ਸਾਹਿਬ ਦੇ ਦਿਲ ਦੇ ਵਿੱਚ ਕੁਝ ਹੋਰ ਚੱਲਦਾ ਹੋਵੇ। ਉਹਨਾਂ ਦੀਆਂ ਵੀ ਆਪਣੀਆਂ ਫੀਲਿੰਗਸ ਨੇ, ਆਪਣੀਆਂ ਭਾਵਨਾਵਾਂ ਨੇ ਕਿ ਏਡੇ ਵੱਡੇ ਰੁਤਬੇ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਪ੍ਰਧਾਨ ਸਾਹਿਬ ਦੇ ਸਿਆਸੀ ਸਲਾਹਕਾਰ ਦੇ ਵਜੋਂ ਪਿੱਛੇ ਘੁੰਮਦੇ ਫਿਰਦੇ ਹੋਏ ਨਜ਼ਰ ਆਉਣਗੇ। ਔਰ ਇਸ ਕਰਕੇ ਉਹਨਾਂ ਨੇ ਤਾਂ ਨਾ ਕੀਤੀ ਨਾਲ ਹੀ ਉਹਨਾਂ ਦੇ ਇੱਕ ਹੋਰ ਵੀ ਜਿਹੜੇ ਸੀਗੇ ਦੂਸਰੇ ਜਿਹੜੇ ਉਹ ਆਪਣੇ ਸਿਪਾਹ ਸਲਾਰ ਜਿਹੜੇ ਉਹਨਾਂ ਨੇ ਨਿਯੁਕਤ ਕੀਤੇ ਸੀ, ਪਿਆਰੇ ਲਾਲ ਗਰਗ ਜਿਹੜੇ ਆ, ਉਹ ਵੀ ਹੌਲੀ ਪੈਰ ਪੇਸ਼ਾਂ ਨੂੰ ਖਿਸਕਾ ਰਹੇ ਆ। ਉਹ ਵੀ ਕਹਿੰਦੇ ਕਿ ਭਰਾ ਮੇਰੇ ਤੋਂ ਕੋਈ ਸਿਆਸੀ ਸਲਾਹਕਾਰ ਨਾ ਲੱਭੋ, ਮੈਂ ਕੋਈ ਸਿਆਸੀ ਸਲਾਹ ਤੁਹਾਨੂੰ ਨਹੀਂ ਦੇ ਸਕਦਾ, ਮੈਂ ਇਸ ਕਰਕੇ ਤੁਸੀਂ ਮੈਨੂੰ ਉਦਾਂ ਜਿੱਦਾਂ ਮਰਜ਼ੀ ਰੱਖ ਲਓ ਪਰ ਸਿਆਸੀ ਪਿੰਡ ਦੇ ਉੱਪਰ ਮੈਨੂੰ ਨਾ ਉਤਾਰੋ, ਮੇਰੀਆਂ ਸਲਾਹਾਂ ਇੱਥੇ ਤੁਸੀਂ ਨਾ ਲਓ।
ਤੇ ਜਿਹੜੇ ਕਾਂਗਰਸੀ ਟਕਸਾਲੀ ਕਾਂਗਰਸੀ ਨੇ ਉਹ ਕਹਿੰਦੇ ਨੇ ਵੀ ਸਿੱਧੂ ਸਾਹਿਬ ਆਪਣੀ ਮਰਜ਼ੀ ਨਾਲ ਬਲਾਕ ਪ੍ਰਧਾਨ ਵੀ ਨਹੀਂ ਚੁਣ ਸਕਦੇ ਤੇ ਉਹਨਾਂ ਨੇ 4 ਸਲਾਹਕਾਰ ਆਪਣੇ ਆਪ ਕਿੱਦਾਂ ਚੁਣ ਲਏ? ਡਰ ਨਹੀਂ ਉਹਨਾਂ ਨੂੰ ਹਾਈ ਕਮਾਂਡ ਦਾ? ਦੇਖੋ ਗੱਲ ਹੈ ਕਿ ਜੇਕਰ ਡਰ ਹੋਵੇ ਹਾਈ ਕਮਾਂਡ ਦਾ ਤਾਂ ਉਹ ਏਡੀਆਂ ਕਾਹਲੀਆਂ ਨਾ ਕਰਨ, ਕਿਉਂਕਿ ਉਹ ਤੇ ਤੁਰੇ ਫਿਰਦੇ ਨੇ ਇੱਕ ਪੈਰਲਲ ਸਰਕਾਰ ਬਣਾ ਕੇ। ਇਸੇ ਗੱਲ ਦਾ ਰੋਣਾ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਹੋਣੀ ਦਿੱਲੀ ਰੋ ਕੇ ਆਏ ਨੇ ਕਿ ਉਹ ਤਾਂ ਸਾਡੇ ਸਮਾਨਾਂਤਰ ਇੱਕ ਸਰਕਾਰ ਚਲਾ ਰਹੇ ਨੇ, ਤੇ ਜਦੋਂ ਬੰਦਾ ਇੱਕ ਸਮਾਨਾਂਤਰ ਸਰਕਾਰ ਚਲਾਉਂਦਾ ਹੋਵੇ ਫਿਰ ਉਹਨੇ ਹਾਈ ਕਮਾਂਡ ਤੋਂ ਕੀ ਡਰਨਾ? ਜੀ ਮੈਂ ਇਸੇ ਗੱਲ ਦੇ ਵਿੱਚ ਕਰਨਾ ਚਾਹੁੰਦਾ ਸਾਂ, ਜਿਵੇਂ ਜੋਗੀ ਸਾਹਿਬ ਨੇ ਪਹਿਲਾਂ ਕਿਹਾ ਕਿ ਜਿਵੇਂ ਉਹਨਾਂ ਨੇ ਖੇਡ ਵੀ ਖੇਡੀ ਤੇ ਤੇਜ਼ ਖੇਡੀ ਹੈ। ਕ੍ਰਿਕਟ ਦੇ ਵਿੱਚ ਤੇਜ਼ ਖੇਡਣ ਵਾਲੇ ਦਾ ਦੇਖਣ ਨੂੰ ਬੜਾ ਵਧੀਆ ਲੱਗਦਾ ਹੈ ਕਿ ਚੌਕੇ ਛੱਕੇ ਜਦੋਂ ਵੱਜਦੇ ਨੇ, ਪਰ ਆਊਟ ਹੋਣ ਦਾ ਖਤਰਾ ਵੀ ਉਨਾ ਹੀ ਬਣਿਆ ਰਹਿੰਦਾ। ਲੰਬੀ ਪਾਰੀ ਨਹੀਂ ਖੇਡਦੀ। ਇਹ ਜਿਹੜੀ ਸਿਆਸੀ ਪਾਰੀ ਸੀ 5 ਸਾਲਾਂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ, ਇਸ ਦੇ ਵਿੱਚ ਸਿੱਧੂ ਜੇ ਮੰਨ ਲਈਏ ਕਿ 0 ਤੇ ਨਾ ਸੀ ਪਰ 1-2 ਤੇ ਆਊਟ ਹੋ ਗਏ, ਚੌਕਾ ਛੱਕਾ ਵੱਜਾ ਕੋਈ ਨਹੀਂ ਤੇ ਆਊਟ ਰਹੇ ਤੇ ਹੁਣ ਦੂਸਰੀ ਇਨਿੰਗ ਤਕਰੀਬਨ ਉਹਨਾਂ ਨੇ ਸ਼ੁਰੂ ਕੀਤੀ ਹੈ। ਤੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਕੀ ਸਲਾਹਕਾਰ ਉਹ ਪ੍ਰਧਾਨ ਨਹੀਂ ਲਾ ਸਕਦੇ ਬਲਾਕ ਸੰਮਤੀ ਦੇ, ਤੇ ਸਲਾਹਕਾਰ ਕਿਵੇਂ ਲਾ ਲਿਆ? ਸਲਾਹਕਾਰ ਉਹਨਾਂ ਨੇ ਆਪਣੇ ਨਿੱਜੀ ਸਿਆਸੀ ਜੀਵਨ ਵਾਸਤੇ ਲਾਏ ਸਨ, ਨਾ ਕਿ ਕੋਈ ਸਰਕਾਰੀ ਅਪਾਇੰਟਮੈਂਟ ਸੀ। ਜਿਵੇਂ ਪ੍ਰਧਾਨ ਵਗੈਰਾ ਲਾਉਣੇ ਨੇ ਉਹ ਤੇ ਸਰਕਾਰੀ ਕੰਮਕਾਜ ਹੈ ਨਾ, ਉਹਨੂੰ ਅਸੀਂ ਕੁਝ ਦੇਖਦੇ ਹਾਂ। ਜੇ ਅਸੀਂ ਗੱਲ ਕਰੀਏ ਕਿ ਉਹਨਾਂ ਨੇ ਇਹ ਸਲਾਹਕਾਰ ਰੱਖੇ ਨੇ, ਇਹ ਉਹਨਾਂ ਨੇ ਆਪਣੇ ਵਾਸਤੇ ਕਿ ਮੈਂ ਕੰਮਕਾਜ ਕਿਵੇਂ ਚਲਾਉਣਾ। ਹੁਣ ਮੁਹੰਮਦ ਮੁਸਤਫਾ ਨੇ ਭਾਵੇਂ ਜਵਾਬ ਦੇ ਦਿੱਤਾ, ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਂ ਸਿੱਧੂ ਸਾਹਿਬ ਦੀ ਸੋਚ ਦਾ ਮੈਂ ਸਤਿਕਾਰ ਕਰਦਾ, ਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਬਹੁਤੀ ਬਣਦੀ ਨਹੀਂ, ਭਾਵੇਂ ਕਿ ਉਹਨਾਂ ਦੀ ਪਤਨੀ ਜਿਹੜੀ ਹੈ ਮੰਤਰੀ ਹੈ, ਪਰ ਫਿਰ ਵੀ ਮੁਹੰਮਦ ਮੁਸਤਫਾ ਨੇ ਇਹ ਗੱਲ ਆਖ ਦਿੱਤੀ ਕਿ ਮੈਂ ਸਿੱਧੂ ਸਾਹਿਬ ਦੀ ਸਪੋਰਟ ਕਰਦਾ ਤੇ ਅਗਲੇ ਸੀਐਮ ਵਜੋਂ ਉਹਨਾਂ ਨੂੰ ਦੇਖਣਾ ਪਸੰਦ ਕਰਾਂਗਾ। ਜੀ ਸੌ ਖਾ ਕੇ ਮੁੱਕਰ ਗਿਆ ਹੁਣ ਵਸ ਨਹੀਂ ਰਾਜਿਆ ਤੇਰੇ, ਇਹ ਗੱਲ ਕਹਿ ਰਹੇ ਨੇ ਮਾਲਵਿੰਦਰ ਸਿੰਘ ਮਾਲੀ, ਜਿਹੜੇ ਸਿੱਧੂ ਦੇ 4 ਸਲਾਹਕਾਰਾਂ ਚੋਂ ਇੱਕ ਨੇ। ਉਹਨਾਂ ਨੇ ਸਿੱਧਾ ਕੈਪਟਨ ਸਾਹਿਬ ਨੂੰ ਕਹਿਤਾ ਵੀ ਭਰਿਆ ਮੇਲਾ ਛੱਡ ਕੇ ਜਾਣਾ ਚੰਗਾ ਹੁੰਦਾ। ਐਡੀ ਛੇਤੀ ਸਲਾਹਾਂ ਦੇਣੀਆਂ ਸ਼ੁਰੂ ਕਰਤੀਆਂ। ਜੇ ਅਸੀਂ ਕੋਈ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਪੰਜਾਬ ਕਾਂਗਰਸ ਦਾ ਜਿਹੜਾ ਵਜੂਦ ਹੈ ਨਾ, ਜੇ 1984-85 ਦੇ ਬਾਅਦ ਦੇ ਬਿਤਾਂਤ ਨੂੰ ਵੇਖਿਆ ਜਾਵੇ ਤੇ ਫਿਰ ਜੋ ਕਾਂਗਰਸ ਦਾ ਉਭਾਰ ਹੋਇਆ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ, ਹਰਚਰਨ ਸਿੰਘ ਬਰਾੜ ਦਾ ਮੁੱਖ ਮੰਤਰੀ ਬਣਨਾ ਤੇ ਲੈ ਜਾਣਾ ਬੀਬੀ ਰਜਿੰਦਰ ਕੌਰ ਭੱਠਲ ਦਾ ਮੁੱਖ ਮੰਤਰੀ ਬਣਨਾ, ਤੇ ਜਿਸ ਤਰ੍ਹਾਂ ਕਾਂਗਰਸ ਹਾਸ਼ੀਏ ਤੋਂ ਲਾਂਭੇ ਹੁੰਦੀ ਨਜ਼ਰ ਆ ਰਹੀ ਸੀ ਤੇ 2 ਵਾਰੀ ਅਕਾਲੀ ਲਗਾਤਾਰ ਸਰਕਾਰ ਬਣਾ ਗਏ ਸਨ, ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਅਜਿਹੇ ਸ਼ਖਸ ਹੋਏ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਜਿਹੜਾ ਸੀ ਥੰਮਣਾ ਲਾਇਆ ਔਰ ਕਾਂਗਰਸ ਦੀ ਸਪੋਰਟ ਕੀਤੀ ਹੈ। ਕਾਂਗਰਸ ਦੇ ਫੇਸ ਵਜੋਂ ਜਾਣੇ ਜਾਂਦੇ ਨੇ, ਇਕੱਲੇ ਪੰਜਾਬ ਵਿੱਚ ਨਹੀਂ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ, ਕੈਪਟਨ ਅਮਰਿੰਦਰ ਸਿੰਘ ਦਾ ਸ਼ੁਮਾਰ ਉਹਨਾਂ ਦੇ ਵਿੱਚ ਹੈ। ਹੁਣ ਉਹ ਕੀ ਇਸ ਤਰ੍ਹਾਂ ਕਹਿਣਾ ਕਿ ਤੁਸੀਂ ਭਰਿਆ ਮੇਲਾ ਛੱਡ ਜਾਓ, ਇਹ ਕਿੰਨੇ ਆਗੂਆਂ ਨੇ ਇਦਾਂ ਛੱਡਿਆ ਭਾਰਤ ਦੇ ਵਿੱਚ? ਭਰਿਆ ਮੇਲਾ ਛੱਡਣ ਵਾਲੇ ਤੇ ਉਂਗਲਾਂ ਤੇ ਗਿਣਨ ਵਾਲੇ ਲੋਕ ਨੇ। ਭਰੇ ਮੇਲੇ ਦੇ ਵਿੱਚ ਧੱਕੇ ਦੇ ਕੇ ਕਿਸੇ ਨੂੰ ਬਾਹਰ ਕੱਢ ਦਿੱਤਾ ਗਿਆ ਹੋਵੇ ਤੇ ਉਹ ਮੈਂ ਕਹਿ ਨਹੀਂ ਸਕਦਾ, ਪਰ ਇਸ ਤਰ੍ਹਾਂ ਭਰਿਆ ਮੇਲਾ ਕਿਸੇ ਨੇ ਛੱਡਿਆ ਨਹੀਂ। ਪਰ ਬਾਕੀ ਮਾਲਵਿੰਦਰ ਸਿੰਘ ਮਾਲੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਜੋਂ ਉਹਨਾਂ ਨੂੰ ਸਲਾਹ ਦੇਣ ਤੇ ਜ਼ਿਆਦਾ ਬਿਹਤਰ ਰਹੇਗਾ। ਕਿਸਾਨ ਆਗੂ ਨੇ, ਉਹ ਕਿਸਾਨੀ ਸੰਘਰਸ਼ ਦੇ ਵਿੱਚੋਂ ਜ਼ਿਆਦਾ ਉਹਨਾਂ ਦਾ ਨਾਮ ਜਿਹੜਾ ਬਾਹਰ ਨਿਕਲਿਆ, ਚਮਕਿਆ, ਤੇ ਜੇ ਨਵਜੋਤ ਸਿੰਘ ਸਿੱਧੂ ਤੱਕ ਉਹ ਸੀਮਿਤ ਰੱਖਣਗੇ ਆਪਣੀ ਸਲਾਹ ਤੇ ਜ਼ਿਆਦਾ ਬਿਹਤਰ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲੈ ਕੇ ਜਾਂ ਸਰਕਾਰ ਦੇ ਕੋਈ ਕੰਮਕਾਜ ਦੇ ਵਿੱਚ ਨੁਕਸ ਕੱਢ ਕੇ ਜੇ ਉਹ ਕੁਝ ਕਰਨਗੇ ਤਾਂ ਫਿਰ ਇਸ ਦਾ ਖਾਮਿਆਜ਼ਾ ਜਿਹੜਾ ਉਹਨਾਂ ਨੂੰ ਵੀ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਭੁਗਤਣਾ ਪੈ ਸਕਦਾ। ਨਾਲੇ ਇਹ ਮੈਂ ਇੱਥੇ ਇਹਨਾਂ ਦੇ ਹੀਰ ਸਾਹਿਬ ਦੀ ਗੱਲ ਦੇ ਨਾਲ ਹੀ ਗੱਲ ਇਹ ਵੀ ਜੋੜਨੀ ਚਾਹੁੰਦਾ ਹੈ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵੇਲੇ ਸਿਆਸੀ ਸਫਰਾਂ ਦੇ ਵਿੱਚ ਹਾਲੇ ਹੁਣ ਹੌਲੀ ਹਲਕਾ ਗਿਣਿਆ ਜਾਣ ਲੱਗ ਪਿਆ ਕੁਝ ਆਗੂਆਂ ਵੱਲੋਂ, ਉਹਨਾਂ ਨੂੰ ਹਲਕਾ ਨਹੀਂ ਗਿਣਿਆ ਜਾਣਾ ਚਾਹੀਦਾ। ਜਿਵੇਂ ਤੁਸੀਂ ਗੱਲ ਕੀਤੀ, ਉਹ ਬਹੁਤ ਵੱਡੇ ਠੁੰਮਣੇ ਸੀ ਕਾਂਗਰਸ ਦੇ ਤੇ ਹੈਗੇ ਵੀ ਹੈ। ਜਦੋਂ ਕਾਂਗਰਸ ਨੂੰ ਜਦੋਂ ਇਲੈਕਸ਼ਨ ਲੜਨ ਦੇ ਵੇਲੇ ਕੋਈ ਵੀ ਐਮਪੀ ਦਾ ਕੈਂਡੀਡੇਟ ਨਹੀਂ ਸੀ ਲੱਭਦਾ, ਉਦੋਂ ਵੱਡੀਆਂ ਤੋਪਾਂ ਅੱਗੇ ਲਿਆਂਦੀਆਂ ਗਈਆਂ ਤੇ ਸਭ ਤੋਂ ਵੱਡੀ ਤੋਪ ਕੈਪਟਨ ਅਮਰਿੰਦਰ ਸਿੰਘ ਹੀ ਸੀਗੇ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵਿੱਚ ਖੜਾ ਕੀਤਾ ਗਿਆ। ਔਰ ਜਦੋਂ ਅੰਮ੍ਰਿਤਸਰ 에ਅਰਪੋਰਟ ਤੋਂ ਉਹ ਉਤਰਦੇ ਹੀ ਹੈ, ਲੋਕ ਕਹਿ ਰਹੇ ਸੀ ਕਿ ਜੇਤਲੀ ਸਾਹਿਬ ਨੇ ਤਾਂ ਇੱਥੇ ਕੋਠੀ ਲੈ ਲਈ। ਉਹ ਕਹਿੰਦਾ ਜੇਤਲੀ ਸਾਹਿਬ ਨੂੰ ਕਹੋ ਲਿਆਓ ਮੈਨੂੰ ਚਾਬੀਆਂ ਫੜਾ ਜਵੇ, ਕੋਠੀ ਨਾ, ਇਸ ਕੋਠੀ ਦੇ ਵਿੱਚ ਮੈਂ ਹੀ ਰਹਿ ਲੂੰਗਾ। ਕੈਪਟਨ ਅਮਰਿੰਦਰ ਸਿੰਘ ਹੁਣੀ ਇੱਕ ਬਹੁਤ ਵੱਡੀ ਤੋਪ ਆ ਕਾਂਗਰਸ ਪਾਰਟੀ ਦੀ, ਔਰ ਇਸ ਵੇਲੇ ਮੌਜੂਦਾ ਮੁੱਖ ਮੰਤਰੀ ਹੈ। ਔਰ ਮੁੱਖ ਮੰਤਰੀ ਹੁਣਾਂ ਦੀ ਹਾਈ ਕਮਾਂਡ ਦੇ ਨਾਲ ਸਿੱਧੀ ਗੱਲਬਾਤ ਹੈ। ਬੇਸ਼ੱਕ ਠੀਕ ਗੱਲ ਹੈ ਕਿ ਜਦੋਂ ਕਦੀ ਸਮਾਂ ਨਹੀਂ ਵੀ ਮਿਲਦਾ ਮਿਲਣ ਦਾ, ਪਰ ਜਦੋਂ ਉਹ ਚਾਹੁੰਦੇ ਨੇ ਉਦੋਂ ਜਾ ਕੇ ਮਿਲ ਕੇ ਵੀ ਆਉਂਦੇ ਨੇ, ਆਪਣਾ ਦੁੱਖ ਵੀ ਦੱਸਦੇ ਨੇ ਔਰ ਦਰਦ ਵੀ ਦੱਸਦੇ ਨੇ। ਇਸ ਵੇਲੇ ਭਾਵੇਂ ਹਾਈ ਕਮਾਂਡ ਨੇ ਥੋੜਾ ਜਿਹਾ ਉਹਨੂੰ ਅੱਖੋਂ ਪਰੋਖੇ ਕੀਤਾ ਹੈ, ਪਰ ਅੱਜ ਵੀ ਜੇਕਰ ਕੋਈ ਵੱਡਾ ਚਿਹਰਾ ਹੈ ਕਾਂਗਰਸ ਦੇ ਵਿੱਚ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ। ਉਹਨਾਂ ਦੇ ਸਿਆਸੀ ਸਲਾਹਕਾਰ ਜਿਹੜੇ ਹੈਗੇ ਆ ਉਹ ਹੌਲੀ ਜਿਵੇਂ ਆਪਾਂ ਗੱਲ ਇਹ ਕੀਤੀ ਕਿ ਖਿਸਕਦੇ ਜਾ ਰਹੇ ਨੇ। ਮਾਲਵਿੰਦਰ ਸਿੰਘ ਮਾਲੀ ਉਹਨਾਂ ਨੇ ਵੀ ਗੱਲ ਕੀਤੀ ਹੈ, ਗੱਲ ਬਿਲਕੁਲ ਹੀਰ ਸਾਹਿਬ ਦੀ ਠੀਕ ਹੈ ਕਿ ਉਹ ਸਿਆਸੀ ਸਲਾਹ ਸਿਰਫ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਦੇਣ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਕੋਲ ਆਪਣੇ ਸਲਾਹਕਾਰ ਬਹੁਤ ਵੱਡੀ ਫੌਜ ਹੈਗੀ ਆ, ਉਹ ਉਹਨਾਂ ਦੇ ਕੋਲੋਂ ਸਲਾਹਾਂ ਲੈਣਗੇ।
ਜੋਗੀ ਸਾਹਿਬ ਅਗਲੀ ਗੱਲ ਵੀ ਸਿੱਧੂ ਦੀ ਕਰਦੇ ਆ। ਉਹ ਕਹਿੰਦੇ ਨੇ ਵੀ ਅਗਲੇ ਸੈਸ਼ਨ ਦੇ ਦੌਰਾਨ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ। ਕੀ ਇਹਨਾਂ ਸਮਝੌਤਿਆਂ ਨੂੰ ਰੱਦ ਕਰਨਾ ਇੰਨਾ ਔਖਾ ਹੋ ਗਿਆ? ਦੇਖੋ ਗੱਲ ਇਹ ਹੈ ਕਿ ਜੋ ਪਹਿਲੀ ਸਰਕਾਰ ਨੇ ਜਿਸ ਟਰਮਸ ਕੰਡੀਸ਼ਨ ਦੇ ਉੱਪਰ ਸਮਝੌਤੇ ਕੀਤੇ ਨੇ ਉਹਨਾਂ ਸਾਰੀਆਂ ਨੂੰ ਪੜ੍ਹ ਕੇ ਹੁਣ ਸਿੱਧੂ ਸਾਹਿਬ ਹੌਲੀ ਹੌਲੀ ਇਹਨਾਂ ਸਮਝੌਤਿਆਂ ਤੋਂ, ਕਿਉਂਕਿ ਸਿੱਧੂ ਸਾਹਿਬ ਦੀ ਇੱਕ ਵਾਰੀ ਇੰਟਰਵਿਊ ਚੱਲ ਰਹੀ ਸੀਗੀ, ਉਹ ਗੱਲਾਂ ਬਾਤਾਂ ਕਰਦੇ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਸਾਡਾ ਮੈਚ ਸੀ ਵੈਸਟ ਇੰਡੀਜ਼ ਦੇ ਨਾਲ ਲੱਗਾ ਹੋਇਆ। ਇੱਕ ਪਾਸੇ ਮੁਹੰਮਦ ਅਜ਼ਹਰੁਦੀਨ ਖੇਡ ਰਹੇ ਸੀ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਖੇਡ ਰਹੇ ਸੀਗੇ। ਤੇ ਉਹ ਕਹਿੰਦੇ ਕਿ ਜਦੋਂ ਬਾਲ ਲੰਘੀ ਤੇ ਮੇਰੇ ਕੋਲ ਮੁਹੰਮਦ ਅਜ਼ਹਰੁਦੀਨ ਆਏ ਤੇ ਉਹ ਕਹਿੰਦੇ ਕਿ ਤੈਨੂੰ ਬਾਲ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਤੇ ਉਹ ਕਹਿੰਦੇ ਯਾਰ ਤੂੰ ਮੈਨੂੰ ਬਾਲ ਨੂੰ ਦੱਸਣਾ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਉਹ ਐਡੇ ਐਡੇ ਸਾਡੇ ਕੋਲ ਉੱਚੇ ਬੰਦੇ ਆ, ਮੈਨੂੰ ਤਾਂ ਉਹਨਾਂ ਦੀ ਬਾਲ ਹੀ ਨਹੀਂ ਦਿਸੀ ਵੀ ਕਿੱਥੋਂ ਦੀ ਲੰਘ ਗਈ ਆ। ਉਹ ਕਹਿੰਦੇ ਕਿ ਚੂਨੇ ਵਾਲੀ ਲਾਈਨ ਤੋਂ ਬਾਹਰ ਬੈਠ ਕੇ ਸਲਾਹਾਂ ਦੇਣੀਆਂ ਬਹੁਤ ਸੌਖੀਆਂ। ਇਹ ਨਵਜੋਤ ਸਿੰਘ ਸਿੱਧੂ ਦੀ ਆਪਣੀ ਵਰਡਿੰਗ ਹੈ ਕਿ ਚੂਨੇ ਵਾਲੀ ਲਾਈਨ ਤੋਂ ਬਾਹਰ ਬੈਠ ਕੇ ਸਲਾਹਾਂ ਦੇਣੀਆਂ ਬਹੁਤ ਔਖੀਆਂ, ਪਿੱਚ ਤੇ ਖੇਡਣਾ ਬੜਾ ਔਖਾ। ਪਿੱਚ ਤੇ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਖੇਡ ਰਿਹਾ ਨਾ ਕਿ ਨਵਜੋਤ ਸਿੰਘ ਸਿੱਧੂ। ਸਰਕਾਰ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਚਲਾ ਰਿਹਾ ਤੇ ਸਰਕਾਰ ਨੂੰ ਉਹ ਸਲਾਹ ਤਾਂ ਦੇ ਸਕਦੇ ਆ ਕਿ ਆਪਾਂ ਇਦਾਂ ਕਰ ਲਈਏ, ਲੋਕ ਸਾਡੇ ਨਾਲ ਜੁੜ ਜਾਣਗੇ। ਹੁਣ ਜਿਹੜੇ ਗੱਲ ਕਰ ਰਹੇ ਨੇ ਇਹ ਵਾਰ-ਵਾਰ ਇਹ ਵੀ ਕਹਿ ਰਹੇ ਨੇ ਕਿ ਸਾਡੀ ਜਦੋਂ ਸਰਕਾਰ ਆਊਗੀ ਅਸੀਂ ਇਦਾਂ ਕਰਾਂਗੇ, ਸਾਡੀ ਜਦੋਂ ਸਰਕਾਰ ਆਊਗੀ ਅਸੀਂ ਇਦਾਂ ਕਰਾਂਗੇ। ਹੁਣ ਕਿਹੜੀ ਤਾਲੀਬਾਨੀਆਂ ਦੀ ਸਰਕਾਰ ਹੈ? ਹੁਣ ਵੀ ਤਾਂ ਇਹਨਾਂ ਦੀ ਆਪਣੀ ਸਰਕਾਰ ਹੈ। ਕਰ ਲਓ ਰਲ ਮਿਲ ਕੇ। ਤੁਸੀਂ ਆਪਸ ਦੇ ਵਿੱਚ ਤਾਂ ਬੈਠਦੇ ਨਹੀਂ ਰਲ ਕੇ, ਤੁਹਾਡੇ ਆਪਸ ਵਿੱਚ ਸਿਰ ਜੁੜੇ ਨਹੀਂ, ਤੁਸੀਂ ਲੋਕਾਂ ਨੂੰ ਜੋੜਨ ਦੇ ਲਈ ਤੁਰੇ ਫਿਰਦੇ ਹੋ। ਤੁਸੀਂ ਪਹਿਲਾਂ ਆਪਣੇ ਘਰ ਦੇ ਵਿੱਚ ਸਭ ਕੁਝ ਠੀਕ ਕਰ ਲਓ। ਘਰ ਦੇ ਵਿੱਚੋਂ ਬਹੁਤ ਤੁਹਾਡੇ ਭਾਂਡੇ ਖੜਕਣ ਦੀਆਂ ਆਵਾਜ਼ਾਂ ਆ ਰਹੀਆਂ, ਉਹਨਾਂ ਨੂੰ ਪਹਿਲਾਂ ਦਰੁਸਤ ਕਰ ਲਓ। ਬਿਜਲੀ ਸਮਝੌਤੇ ਤਾਂ ਹੀ ਰੱਦ ਹੋਣਗੇ ਜੇਕਰ ਤੁਸੀਂ ਆਪ ਇੱਕ ਮੁੱਠ ਹੋਵੋਗੇ, ਇੱਕ ਜੁੱਟ ਹੋਵੋਗੇ। ਜੀ ਮੈਂ ਇਹਦੇ ਬਾਰੇ ਜੋੜਨਾ ਚਾਹਾਂਗਾ। ਬਿਜਲੀ ਸਮਝੌਤੇ ਰੱਦ ਕਰਨ ਦੀ ਜਿਹੜੀ ਗੱਲ ਹੈ ਨਾ, ਤਕਨੀਕੀ ਤੌਰ ਤੇ ਵੀ ਇਹਦਾ ਪੱਖ ਦੇਖਣਾ ਪਏਗਾ। ਬਿਜਲੀ ਸਮਝੌਤੇ ਹੋਏ ਨੇ, ਜੇ ਮੇਰਾ ਤੇ ਜੋਗੀ ਸਾਹਿਬ ਦਾ ਕਿਸੇ ਗੱਲ ਤੇ ਸਮਝੌਤਾ ਹੋਇਆ ਹੋਵੇ, ਨਿਸ਼ਚੈ ਹੀ ਉਹ ਸਮਝੌਤਾ ਜਿਹੜਾ ਲਿਖਤੀ ਹੋਵੇਗਾ ਤੇ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਹੋਵੇਗਾ ਕਿ ਜੇ ਇੱਕ ਤੇਰੇ ਇਸ ਸਮਝੌਤੇ ਤੋਂ ਪਿੱਛੇ ਹਟਦੀ ਤਾਂ ਉਹਨੂੰ ਕੀ ਜੁਰਮਾਨਾ ਦੇਣਾ ਪਏਗਾ ਤੇ ਕੀ ਉਹਦੇ ਨਾਲ ਹੋਏਗਾ। ਪਰ ਉਸ ਦੇ ਵਿੱਚ ਸ਼ਰਤਾਂ ਇਹੋ ਜਿਹੀਆਂ ਹੁੰਦੀਆਂ ਨੇ। ਸਰਕਾਰਾਂ ਦੇ ਕੋਲ ਬਹੁਤ ਕੁਝ ਇਹੋ ਜਿਹਾ ਹੁੰਦਾ ਹੈ ਜਿੱਥੇ ਸਰਕਾਰ ਜਿਹੜੀ ਹੈ ਕਿਸੇ ਪ੍ਰਾਈਵੇਟ ਕੰਪਨੀ ਨੂੰ ਖਾਸ ਤੌਰ ਤੇ ਉਹਨੂੰ ਮਜਬੂਰ ਕਰ ਸਕਦੀ ਹੈ ਕਿ ਭਾਈ ਤੁਸੀਂ ਇਹ ਸੇਵਾਵਾਂ ਚੱਜ ਨਾਲ ਨਹੀਂ ਦਿੱਤੀਆਂ ਤੇ ਹੁਣ ਦਿਓ। ਉਸ ਦੇ ਵਿੱਚ ਲਿਖਿਆ ਹੋਇਆ ਉਹਨਾਂ ਸਮਝੌਤਿਆਂ ਦੇ ਵਿੱਚ ਕਿ ਜੇ ਫਲਾਂ ਕੰਪਨੀ ਜਿਹੜੀ ਜਿਸ ਦੇ ਨਾਲ ਸਾਡਾ ਬਿਜਲੀ ਖਰੀਦ ਸਮਝੌਤਾ ਹੈ, ਜੇ ਇਸ ਰੇਟ ਤੇ ਅਸੀਂ ਬਿਜਲੀ ਤਾਂ ਇਹਨਾਂ ਤੋਂ ਖਰੀਦਾਂਗੇ, ਪਰ ਇਹ ਬਿਜਲੀ ਪੂਰੀ ਕਰਨ ਦੀਆਂ ਜਿਹੜੀਆਂ ਸ਼ਰਤਾਂ ਨੇ ਜੇ ਉਹਨਾਂ ਨੂੰ ਤੋੜਦੇ ਨੇ ਜਾਂ ਨਿਯਮਾਂ ਦੀ ਉਲੰਘਣਾ ਕਰਦੇ ਨੇ ਤੇ ਫਿਰ ਅਸੀਂ ਸਮਝੌਤਾ ਰੱਦ ਕਰ ਸਕਦੇ ਹਾਂ। ਪਰ ਸਰਕਾਰ ਨੂੰ ਖਿਆਲ ਰੱਖਣਾ ਪਏਗਾ। ਇਹ ਹੁਣ ਸਰਕਾਰਾਂ ਜਿਹੜੀਆਂ ਆਪਣੀ ਜ਼ਿੰਮੇਵਾਰੀ ਛੱਡਦੀਆਂ ਜਾ ਰਹੀਆਂ ਨੇ। ਇਹ ਜਿਹੜਾ ਪਬਲਿਕ ਦਾ ਕੰਮ ਹੈ ਸਰਕਾਰਾਂ ਨੇ ਕਰਨੇ ਹੁੰਦੇ ਨੇ, ਉਸ ਦੇ ਵਿੱਚ ਸਰਕਾਰਾਂ ਜਿਵੇਂ ਪਿੱਛੇ ਹਟ ਗਈਆਂ ਤੇ ਪ੍ਰਾਈਵੇਟ ਨੂੰ ਅੱਗੇ ਕਰ ਦਿੱਤਾ ਤੇ ਜੇ ਲਿਆਉਣਾ ਹੀ ਪ੍ਰਾਈਵੇਟ ਨੂੰ ਅੱਗੇ ਆ ਤੇ ਅੱਜ ਅਸੀਂ 2 ਕੰਪਨੀਆਂ ਨੂੰ 3 ਨੂੰ ਕੰਨੋਂ ਫੜ ਕੇ ਪੰਜਾਬ ਤੋਂ ਬਾਹਰ ਭੇਜ ਦਵਾਂਗੇ, ਬੰਦ ਕਰ ਦਿਓ ਥਰਮਲ ਪਲਾਂਟ। ਸਮਝੌਤੇ ਰੱਦ ਹੋਏ ਨੇ, ਸਮਝੌਤੇ ਰੱਦ ਤੇ ਅਸੀਂ ਤੁਹਾਡੇ ਤੋਂ ਬਿਜਲੀ ਨਹੀਂ ਇਸ ਭਾਅ ਖਰੀਦਣੀ ਤੇ ਕੱਲ ਨੂੰ ਆਏਗਾ ਕੌਣ? ਇਹ ਸਾਰੀਆਂ ਗੱਲਾਂ ਨੂੰ ਦੇਖਣੀਆਂ ਪੈਣਗੀਆਂ। ਬਾਕੀ ਜੋਗੀ ਸਾਹਿਬ ਨੇ ਬਿਲਕੁਲ ਦਰੁਸਤ ਕਿਹਾ ਕਿ ਸਰਕਾਰ ਨੇ ਡਿਸੀਜਨ ਲੈਣਾ, ਵਿਧਾਨ ਸਭਾ ਨੇ ਡਿਸੀਜਨ ਲੈਣਾ ਕਿ ਨਵਜੋਤ ਸਿੰਘ ਸਿੱਧੂ ਬਾਹਰ ਬੈਠ ਕੇ ਡਿਸੀਜਨ ਮੇਕਿੰਗ ਨਹੀਂ ਕਰ ਸਕਦੇ ਕਿ ਅਸੀਂ ਰੱਦ ਕਰ ਦੇਣੇ ਨੇ। ਉਹ ਇਹ ਕਹਿ ਸਕਦੇ ਨੇ ਕਿ ਇਸ ਹਫਤੇ ਵਿੱਚ ਜਿਹੜਾ ਜਾਂ ਅਗਲਾ ਸੈਸ਼ਨ ਜਿਹੜਾ ਸਾਡਾ ਆਉਣਾ ਹੈ ਉਸ ਦੇ ਵਿੱਚ ਰੱਦ ਕਰਵਾਉਣ ਦੇ ਯਤਨ ਕਰਾਂਗੇ। ਪਰ ਨਾਲ ਦੀ ਨਾਲ ਗੱਲਾਂ ਤੇ ਇਹ ਚੱਲ ਰਹੀਆਂ ਕਿ ਮੰਤਰੀ ਮੰਡਲ 'ਚ ਰੱਦੋ ਬਦਲ ਹੋ ਰਿਹਾ, ਫੇਰ ਬਦਲ ਹੋ ਰਿਹਾ, ਉਹਦੇ ਬਾਰੇ ਫੇਰ ਕਿਤੇ ਗੱਲ ਕਰਾਂਗੇ। ਜੀ ਪੰਜਾਬ ਦੀ ਰਾਜਨੀਤੀ ਦੇ ਕੁਝ ਸਫ਼ੇ ਅਸੀਂ ਵਿਚਾਰ ਲਏ ਨੇ ਤੇ ਕੁਝ ਅਜੇ ਬਾਕੀ ਨੇ। ਇਸ ਵੇਲੇ ਵੇਲਾ ਹੋ ਰਿਹਾ ਇੱਕ ਬ੍ਰੇਕ ਦੇ ਇਸ਼ਾਰੇ ਦਾ, ਜਲਦ ਹਾਜ਼ਰ ਹੋਵਾਂਗੇ। ਪੰਜਾਬੀ ਨੈਸ਼ਨਲ ਟੀਵੀ ਨਾਲ ਬਣੇ ਰਹਿਣ ਲਈ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸ਼ੁਕਰੀਆ। ਯੋਗੀ ਸਾਹਿਬ, ਓਪੋਜੀਸ਼ਨ ਦੀ ਗੱਲ ਕਰਦੇ ਹਾਂ ਹੁਣ। ਕਾਂਗਰਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਸਨੀ ਦਿਓਲ ਮੌਨਸੂਨ ਸੈਸ਼ਨ 'ਚੋਂ ਉਹਨਾਂ ਨੇ ਫਰਲੋ ਮਾਰ ਲਈ। ਕੀ ਗੱਲ ਵਿਰੋਧੀਆਂ ਨੂੰ ਸਾਹਮਣਾ ਕਰਨ ਦੀ ਤਾਕਤ ਨਹੀਂ ਹੈਗੀ ਉਹਨਾਂ 'ਚ? ਦੇਖੋ ਗੱਲ ਇਹ ਹੈਗੀ ਆ ਕਿ ਸਨੀ ਦਿਓਲ ਹੋਣੀ ਉਹ ਤੇ ਮੰਨਿਆ ਕਿ ਉਹ ਅਦਾਕਾਰ ਨੇ, ਉਹ ਤੇ ਐਕਟਿੰਗ ਕਰ ਸਕਦੇ ਨੇ ਵੀ ਚਾਹੇ ਜਾਣ ਤੇ ਚਾਹੇ ਨਾ ਜਾਣ। ਪਰ ਜਿਹੜੇ ਸੁਖਬੀਰ ਸਿੰਘ ਬਾਦਲ ਹੋਣੀ ਹੈ ਉਹਨਾਂ ਦਾ ਉੱਥੇ ਜਾਣਾ ਬਣਦਾ ਸੀ ਕਿਉਂਕਿ ਬਹੁਤ ਵੱਡੇ ਪੱਧਰ ਤੇ ਆਵਾਜ਼ ਉਠਾਉਣੀ ਉਹਨਾਂ ਦੀ ਬਣਦੀ ਸੀ। ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਲੈ ਕੇ ਖੜੇ ਨੇ ਕਣਕ ਦੀਆਂ ਬੱਲੀਆਂ ਜਣੇ ਖਣੇ ਨੂੰ ਦੇ ਰਹੇ ਨੇ ਕਿ ਜਿਹੜਾ ਵੀ ਲੰਘਦਾ ਵਰਦਾ ਉਹਨਾਂ ਨੂੰ ਦੇ ਰਹੇ ਨੇ, ਉੱਥੇ ਬਿੱਟੂ ਉਹਨਾਂ ਨੇ ਵੀ ਸਵਾਲ ਕੀਤਾ ਸੀ। ਰਵਨੀਤ ਸਿੰਘ ਬਿੱਟੂ ਜਿਹੜੇ ਲੁਧਿਆਣੇ ਤੋਂ ਐਮਪੀ ਨੇ, ਉਹਨਾਂ ਨੇ ਵੀ ਸਵਾਲ ਕੀਤਾ ਸੀ ਕਿ ਤੁਹਾਡੇ ਪ੍ਰਧਾਨ ਕਿੱਥੇ ਨੇ, ਉਹ ਕਿਉਂ ਨਹੀਂ ਆਏ। ਔਰ ਉਹਨਾਂ ਨੂੰ ਕੀ ਪਤਾ ਕਿ ਪ੍ਰਧਾਨ ਸਾਹਿਬ ਤਾਂ ਆਪਣੀਆਂ ਇੱਧਰ 2022 ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ। ਉਹ ਇੱਥੇ ਜੋੜ ਤੋੜ ਕਰ ਰਹੇ ਨੇ, ਕਦੇ ਕਿਸੇ ਨੂੰ ਜੋੜ ਲਿਆ, ਕਦੇ ਕਿਸੇ ਨੂੰ ਪੱਟ ਲਿਆ, ਇਧਰੋਂ ਪੱਟ ਕੇ ਉਧਰ ਲਾ ਰਹੇ ਨੇ। ਮਸਰੂਫ ਬਹੁਤ ਨੇ ਉਹਨਾਂ ਦੀਆਂ, ਆਪਣੀਆਂ ਬਹੁਤ ਰੁਝੇਵੇਂ ਨੇ ਜ਼ਰੂਰੀ। ਔਰ ਗੱਲ ਇਹ ਹੈ ਕਿ ਸਨੀ ਦਿਓਲ ਹੋਣੀ ਜਿਹੜੇ ਆਪਣੇ ਹਲਕੇ ਦੇ ਵਿੱਚ ਕਦੇ ਨਹੀਂ ਵੜੇ,
ਹਲਕਾ ਉਹਨਾਂ ਨੇ ਆਪਣਾ ਹਲਕੇ ਦੇ ਵਿੱਚ ਲੈ ਲਿਆ ਔਰ ਉਹ ਜਿਹੜੇ ਹੁਣ ਅਸੈਂਬਲੀ ਦੇ ਵਿੱਚ ਜਾ ਕੇ ਗੱਲ ਕੀ ਉਠਾਉਣ, ਉਹਨਾਂ ਦੇ ਆਪਣੇ ਜਿਹੜੇ ਸੰਸਦੀ ਹਲਕੇ ਦੇ ਵਿੱਚ ਉਹਨਾਂ ਦੀਆਂ ਜ਼ਰੂਰਤਾਂ ਨੇ, ਸਰਹੱਦੀ ਹਲਕੇ ਕੁਝ ਪੈਂਦੇ ਨੇ, ਉਹਨਾਂ ਦੀਆਂ ਜ਼ਰੂਰਤਾਂ ਦੀ ਕਦੇ ਉਹਨਾਂ ਨੇ ਗੱਲ ਨਹੀਂ ਕੀਤੀ, ਕਦੇ ਗੁਰਦਾਸਪੁਰ ਦੇ ਹਲਕੇ ਦੀ ਗੱਲ ਨਹੀਂ ਕੀਤੀ, ਉਹਨਾਂ ਦੇ ਲੋਕਾਂ ਦੀ ਗੱਲ ਨਹੀਂ ਕੀਤੀ। ਲੋਕਾਂ ਨੇ ਦੇਖਿਆ ਹੀ ਨਹੀਂ ਉਹਨਾਂ ਨੂੰ, ਲੋਕਾਂ ਬਾਅਦ ਨੇ ਕਦੇ ਦੇਖਿਆ ਨਹੀਂ, ਲਾਪਤਾ ਦੇ ਪੋਸਟਰ ਲੱਗੇ ਆ। ਉਹ ਸਨੀ ਦਿਓਲ ਜਿਹੜਾ ਫਿਲਮਾਂ ਦੇ ਵਿੱਚ ਤਾਂ ਦਿਸਦਾ ਸੀ, ਅੱਜ ਉਹ ਸੰਸਦੀ ਹਲਕੇ ਦੇ ਨਾ ਲੋਕਾਂ ਨੂੰ ਦਿਸਦਾ ਨਾ ਅਸੈਂਬਲੀ ਦੇ ਵਿੱਚ ਦਿਸਦਾ। ਇੱਥੇ ਸਨੀ ਦਿਓਲ ਪੂਰੀ ਤਰ੍ਹਾਂ ਦੇ ਨਾਲ ਗੈਰ ਹਾਜ਼ਰ ਰਹਿਣਾ ਇੱਕ ਲੋਕਾਂ ਦੇ ਲਈ ਵੀ ਇੱਕ ਸੰਕੇਤ ਆ ਜੀ ਕਿ ਤੁਸੀਂ ਆਪਣਾ ਲੀਡਰ ਚੁਣਨ ਵੇਲੇ ਥੋੜਾ ਜਿਹਾ ਖਿਆਲ ਰੱਖਿਆ ਕਰੋ, ਕਿਉਂਕਿ ਇਹਨਾਂ ਲੋਕਾਂ ਨੇ ਤੁਹਾਡੀ ਆਵਾਜ਼ ਨਹੀਂ ਬਣਨਾ। ਸਿਰਫ ਚਿਹਰੇ ਲਿਆ ਕੇ ਤੁਹਾਡੇ ਸਾਹਮਣੇ ਖੜੇ ਕਰਕੇ ਕੋਈ 4 ਦਿਨ ਦੀ ਚਾਂਦਨੀ ਦਿਖਾ ਕੇ ਤੁਹਾਨੂੰ ਵੋਟਾਂ ਲਿਜਾ ਕੇ ਆਪਣੇ ਉੱਤੇ ਲਿਜਾ ਕੇ ਬੰਦੇ ਖੜੇ ਕਰ ਦਿੱਤੇ। ਸਾਨੂੰ ਭੀੜਾਂ ਨਹੀਂ ਚਾਹੀਦੀਆਂ, ਸਾਨੂੰ ਸਾਡੇ ਹੱਕ ਦੇ ਵਿੱਚ ਕੱਟ ਹੋਣ ਵਾਲੇ ਸਿਰ ਵੀ ਚਾਹੀਦੇ ਆ, ਕੁਰਬਾਨੀਆਂ ਦੇਣ ਵਾਲੇ ਸਿਰ ਵੀ ਚਾਹੀਦੇ ਆ। ਸਿਰਫ ਇਹ ਨਹੀਂ ਕਿ ਕਿਸੇ ਪਾਰਟੀ ਦੇ ਨਾਲ ਤੁਸੀਂ ਜੁੜੋ। ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ, ਘੱਟੋ ਘੱਟ ਉਹਨਾਂ ਦੀ ਆਵਾਜ਼ ਬਣ ਕੇ ਤੁਸੀਂ ਖੜਦੇ ਤਾਂ ਸਹੀ। ਕੋਈ ਆਪਣੀ ਸਰਕਾਰ ਨੂੰ ਕੋਈ ਹਾਂ ਦਾ ਨਾਰਾ ਤਾਂ ਮਾਰਦੇ ਕਿ ਲੋਕ ਤੁਹਾਨੂੰ ਮੁੜ ਕੇ ਵੀ ਮੌਕਾ ਦਿੰਦੇ, ਪਰ ਉਹਨਾਂ ਨੇ ਸਾਰੇ ਮੌਕੇ ਆਪਣੇ ਹੱਥੋਂ ਗਵਾਏ ਆ। ਜੀ ਕੁਲਦੀਪ ਜੀ, ਆਪੋਜੀਸ਼ਨ ਵਾਲੇ ਇਹਨਾਂ ਨੇਤਾਵਾਂ ਬਾਰੇ ਤੁਹਾਡੇ ਸਮੀਕਰਨ ਕੀ ਕਹਿੰਦੇ ਨੇ? ਜਿਵੇਂ ਜੋਗੀ ਜੀ ਨੇ ਕਹਿ ਹੀ ਦਿੱਤਾ, ਮੌਨਸੂਨ ਇਜਲਾਸ ਜਿਹੜਾ ਉਸ ਦੇ ਵਿੱਚ ਜੇ ਲੋਕ ਸਭਾ ਮੈਂਬਰ ਹਾਜ਼ਰੀ ਨਹੀਂ ਲਾਉਣਗੇ ਤੇ ਫਿਰ ਕੌਣ ਲਵਾਏਗਾ? ਪੰਜਾਬ ਦੇ ਹਲਕੇ ਕਿੰਨੇ ਆ? ਪੰਜਾਬ ਦੀ ਪਰ ਕੈਪੀਟਾ ਇਨਕਮ ਬਹੁਤ ਹੈ, ਜੀਡੀਪੀ ਦੇ ਵਿੱਚ ਯੋਗਦਾਨ ਬਹੁਤ ਹੈ, ਖੇਤੀਬਾੜੀ 'ਚ ਯੋਗਦਾਨ ਬਹੁਤ ਹੈ। ਜੇ ਭਾਰਤ ਦੀ ਆਰਥਿਕਤਾ ਦੇ ਵਿੱਚ ਇੰਨਾ ਵੱਡਾ ਯੋਗਦਾਨ ਹੈ, ਮੈਂਬਰ ਪਾਰਲੀਮੈਂਟ ਤੇ ਸਾਡੇ ਅੱਗੇ ਗਿਣਤੀ ਦੇ ਨੇ, 13 ਕੋ ਮੈਂਬਰ ਪਾਰਲੀਮੈਂਟ ਨੇ। ਤੇ ਚਲੋ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰ ਦੇ ਵਿੱਚ ਹੁਣ ਹੋ ਗਏ ਨੇ, ਪਹਿਲਾਂ ਤੇ 9 ਮਾਸ ਦਾ ਰਿਸ਼ਤਾ ਸੀ, ਕਾਂਗਰਸ ਵਾਲਿਆਂ ਨੇ ਜਾਣਾ ਹੀ ਜਾਣਾ ਤੇ ਉਹਨਾਂ ਨੇ ਤੇ ਆਪਣੀ ਗੇਮ ਖੇਡਣੀ ਸੀ ਉੱਥੇ। ਤੇ ਸਨੀ ਦਿਓਲ ਦਾ ਨਾਂ ਜਾਣਾ ਸਮਝ ਨਹੀਂ ਆਉਂਦਾ, ਕਿਉਂਕਿ ਉੱਥੇ ਤਾਂ ਸਰਕਾਰ ਵੀ ਆਪਣੀ ਹੈ ਤੇ ਮੌਜਾਂ ਵੀ ਆਪਣੀਆਂ, ਸਪੀਕਰ ਵੀ ਆਪਣੇ ਨੇ, ਮੰਤਰੀ ਵੀ ਤੇ ਪ੍ਰਧਾਨ ਮੰਤਰੀ ਸਾਰੇ ਹੀ ਆਪਣੇ ਨੇ। ਫੇਰ ਕਿਸ ਤੋਂ ਘਬਰਾਉਣਾ ਸੀ? ਬੜੇ ਵਧੀਆ ਉੱਥੇ ਸਿਸਟਮ ਹੈ, ਉੱਥੇ ਜਾ ਕੇ ਇਹਨਾਂ ਨੂੰ ਰੁਕਣਾ ਚਾਹੀਦਾ ਸੀ। ਸਨੀ ਦਿਓਲ ਨੇ ਜਿਸ ਤਰ੍ਹਾਂ ਦਾ ਸੀਟ ਜਿੱਤਣ ਤੋਂ ਬਾਅਦ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਇਆ, ਸਾਨੂੰ ਇਹ ਜਿਹੜਾ ਇਸ ਦੀ ਉਮੀਦ ਬਿਲਕੁਲ ਨਹੀਂ ਸੀ। ਪੰਜਾਬ ਦਾ ਪੁੱਤਰ ਆਪਣੇ ਆਪ ਨੂੰ ਅਖਵਾਉਂਦਾ ਹੈ, ਧਰਮਿੰਦਰ ਦਾ ਪੁੱਤਰ ਹੈ, ਪਰ ਉਸਨੇ ਜਿਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਕੇ ਜਿਵੇਂ ਗੁਰਦਾਸਪੁਰ ਹਲਕੇ ਦੇ ਲੋਕਾਂ ਨੂੰ ਬਹੁਤ ਹਲਕੇ ਦੇ ਵਿੱਚ ਲਿਆ, ਜਿਵੇਂ ਜੋਗੀ ਸਾਹਿਬ ਨੇ ਦੱਸਿਆ, ਇਸ ਦੇ ਸੰਕੇਤ ਸਾਨੂੰ ਸ਼ੁਰੂ 'ਚ ਮਿਲ ਗਏ ਸੀ। ਅਸਲ ਵਿੱਚ ਇਹ ਸਾਨੂੰ ਭੁੱਲ ਜਾਂਦਾ ਹੈ ਕਿ ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਸੀ ਸ਼ੁਰੂ ਦੇ ਵਿੱਚ ਕਿ ਕੁਲਦੀਪ ਸਿੰਘ ਸਿੱਧੂ ਨਾਂ ਦਾ ਬੰਦਾ ਜਿਹੜਾ ਹੈ ਮੇਰੀ ਇੱਥੇ ਗੈਰ ਹਾਜ਼ਰੀ ਦੇ ਵਿੱਚ ਇਸ ਹਲਕੇ ਦੀ, ਇਸ ਕੰਸਟੀਚੁਐਂਸੀ ਦੀ ਦੇਖਭਾਲ ਕਰੇਗਾ। ਸਾਰੇ ਕੰਸਰਨ ਜਿਹੜੇ ਹਨ, ਇਤਰਾਜ਼ ਜਿਹੜੇ ਹਨ, ਇਹਦੇ ਨਾਲ ਸਾਂਝੇ ਕੀਤੇ ਜਾਣ। ਜੋ ਵਿਅਕਤੀ ਭਲਾ ਕੌਣ ਸੀ? ਦੀਪ ਸਿੱਧੂ, ਜਿਸ ਨੇ ਬਾਅਦ ਵਿੱਚ ਸਨੀ ਦਿਓਲ ਨਾਲੋਂ ਵੱਖਰੇ ਹੋ ਕੇ ਮੋਰਚਾ ਲਾ ਲਿਆ, ਸ਼ੰਭੂ ਤੇ ਮੋਰਚਾ ਲਾ ਲਿਆ, ਫਿਰ ਸਿੰਘੂ ਤੱਕ ਵੀ ਪਹੁੰਚਿਆ ਤੇ ਫਿਰ ਸੰਯੁਕਤ ਕਿਸਾਨ ਮੋਰਚੇ ਨਾਲ ਡਿੰਗ ਬੜਿੰਗ ਹੋ ਗਿਆ ਕੰਮ। ਤੇ ਲਾਲ ਕਿਲੇ ਦੀ ਹਿੰਸਾ ਦੇ ਵਿੱਚ ਉਸ ਨੂੰ ਗ੍ਰਿਫਤਾਰ ਵੀ ਰੱਖਿਆ ਗਿਆ, ਸਰਕਾਰ ਨੇ ਜ਼ਮਾਨਤ ਤੇ ਇਸ ਵੇਲੇ। ਉਸਨੇ ਫਿਰ ਮੁੱਖ ਧਾਰਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਕਿਸਾਨ ਅੰਦੋਲਨ ਦੇ ਵਿੱਚ। ਪਿਛਲੇ 2 ਮਹੀਨੇ ਤੋਂ ਤਕਰੀਬਨ ਲਾਪਤਾ ਹੈ ਦੀਪ ਸਿੱਧੂ। ਉਸ ਵਿਅਕਤੀ ਨੂੰ ਆਪਣਾ ਜਿਹੜਾ ਇਹਨੇ ਅਗਲਾ ਜਿਹੜਾ ਇੱਕ ਫਰਲੋ ਜਿਵੇਂ ਉਹ ਹੁੰਦੀ ਨਾ ਕਿ ਆਪ ਲਈਓ, ਤੇ ਉਹ ਆਪਣੀ ਜਗ੍ਹਾ ਤੇ ਪ੍ਰੌਕਸੀ ਲਈ ਬੋਲਣ ਲਈ ਜਿਵੇਂ ਕਲਾਸ ਦੇ ਵਿੱਚ ਸਟੂਡੈਂਟ ਰੱਖ ਲੈਂਦੇ ਨੇ, ਇਵੇਂ ਰੱਖ ਲਿਆ ਸੀ ਕਿ ਸਾਰੀਆਂ ਗੱਲਾਂ ਦੀਪ ਸਿੱਧੂ ਨਾਲ ਕਰੋ। ਤੇ ਸਾਨੂੰ ਤਾਂ ਉਦੋਂ ਸਮਝ ਆਉਣਾ ਚਾਹੀਦਾ ਸੀ ਕਿ ਸਨੀ ਦਿਓਲ ਨੇ ਆਪਣਾ ਕੰਮ ਭਾਈ ਨਹੀਂ ਕਰਨਾ। ਜਦੋਂ ਕਰੋਨਾ ਨਾਲ ਲਾਕਡਾਊਨ ਲੱਗਾ ਹੋਇਆ ਸੀ, ਲੋਕਾਂ ਕੋਲ ਰੁਜ਼ਗਾਰ ਖੁੱਸ ਗਿਆ, ਲੋਕਾਂ ਕੋਲ ਰੋਟੀ ਖੁੱਸ ਗਈ, ਪਾਣੀ ਖੁੱਸ ਗਿਆ ਔਰ ਬਹੁਤ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਈਆਂ। ਸਾਰੇ ਮੈਂਬਰ ਪਾਰਲੀਮੈਂਟ ਐਮਐਲਏ ਭੱਜੇ ਫਿਰਦੇ ਸਨ ਕਿ ਕਿਤੇ ਇਲਾਕੇ ਦੇ ਲੋਕਾਂ ਨੂੰ ਕੋਈ ਰਾਸ਼ਨ, ਕੋਈ ਚੀਜ਼ ਜਿਹੜੀ ਹੈ ਉਹ ਦਿੱਤੀ ਜਾਵੇ। ਤੇ ਇਹ ਮਨਾਲੀ ਛੁੱਟੀਆਂ ਮਨਾ ਰਹੇ ਸਨ, ਇਹ ਉੱਥੋਂ ਇਹਨਾਂ ਦੀਆਂ ਫੋਟੋਆਂ ਆਈਆਂ ਸੀ। ਤੇ ਹੁਣ ਵੀ ਨਹੀਂ ਆਏ ਕਿਸਾਨ ਅੰਦੋਲਨ ਤੇ ਵੀ ਕੋਈ ਸਾਥ ਨਹੀਂ, ਕੋਈ ਅੰਦਰਲੀ ਆਵਾਜ਼ ਸੁਣੀ ਨਹੀਂ। ਤੇ ਹੁਣ ਗੁਰਦਾਸਪੁਰ ਦੇ ਲੋਕਾਂ ਦੀ ਵਾਰੀ ਆ ਅਗਲੀ ਵਾਰੀ ਕਿ ਉਹ ਆਪਣੀ ਘੱਟੋ ਘੱਟ ਦਿਮਾਗ ਦੀ ਆਵਾਜ਼ ਜ਼ਰੂਰ ਸੁਣਨ। ਪਿਛਲੀਆਂ ਜਿੰਨੀਆਂ ਕੋ ਇਲੈਕਸ਼ਨਾਂ ਹੋਈਆਂ ਨੇ, ਜਿੰਨੀਆਂ ਕੋ ਮੈਨੂੰ ਯਾਦ ਨੇ, ਇੱਕ ਪ੍ਰਤਾਪ ਸਿੰਘ ਬਾਜਵਾ ਤੇ ਸੁਖਵੰਤ ਕੌਰ ਭਿੰਡਰ ਨੂੰ ਛੱਡ ਕੇ ਬਾਕੀ ਸਾਰੇ ਬਾਹਰਲੇ ਵਿਅਕਤੀ ਇਹਨਾਂ ਨੇ ਹਮੇਸ਼ਾ ਜਿਹੜੇ ਨੇ ਆਪਣੇ ਤੇ ਬਿਠਾ ਲਏ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਕੋਈ ਆਪਣਾ ਜਿਹੜਾ ਗੁਰਦਾਸਪੁਰ ਦਾ ਸਰਹੱਦੀ ਇਹ ਖੇਤਰ ਹੈ ਤੇ ਇਸ ਦੇ ਵਿਕਾਸ ਵਾਸਤੇ ਬਹੁਤ ਕੰਮ ਜੇ ਹੋਣੇ ਬਾਕੀ ਨੇ ਤੇ ਇਹਨੂੰ ਕਰਨ ਵਾਸਤੇ ਕੋਈ ਆਪਣਾ ਵਿਅਕਤੀ ਚਾਹੀਦਾ। ਸਨੀ ਦਿਓਲ ਤੇ ਆਸ ਰੱਖਣੀ ਹੁਣ ਅਗਲੇ 2-3 ਸਾਲਾਂ ਦੇ ਵਿੱਚ ਵੀ ਇਹ ਗਲਤ ਗੱਲ ਹੋਵੇ। ਦੇਖੋ, ਨਾਲ ਮੈਂ ਮਾਫੀ ਚਾਹੁੰਦਾ ਸਬਰੀਨ ਜੀ ਤੁਹਾਡੀ ਗੱਲ ਟੋਕਣ ਦੇ ਲਈ। ਪ੍ਰਧਾਨ ਮੰਤਰੀ ਖੁਦ ਇੱਕ ਮੀਟਿੰਗ ਲੈਂਦੇ ਆ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੈਰ ਹਾਜ਼ਰ ਲੋਕ ਨੇ, ਮੈਨੂੰ ਦੱਸੋ ਉਹਨਾਂ ਦੀ ਸੂਚੀ ਬਣਾ ਕੇ ਕਿ ਕਿਹੜੇ ਸਾਡੇ ਜਿਹੜੇ ਆਪਣੇ ਐਮਪੀ ਨੇ ਉਹ ਗੈਰ ਹਾਜ਼ਰ ਰਹੇ ਨੇ, ਉਹਨਾਂ ਦੀ ਸੂਚੀ ਬਣਾਓ, ਸਾਰੇ ਲਿਆਓ ਵੀ ਉਹ ਕਿਉਂ ਗੈਰ ਹਾਜ਼ਰ ਰਹੇ ਨੇ, ਕਿਉਂ ਇਹ ਸਾਡੀ ਇਸ ਖਾਸ ਇਜਲਾਸ ਦੇ ਵਿੱਚ, ਮੌਨਸੂਨ ਇਜਲਾਸ ਦੇ ਵਿੱਚ ਨਹੀਂ ਹਾਜ਼ਰ ਹੋਏ, ਜਿੱਥੇ ਉਹਨਾਂ ਦਾ ਪਤਾ ਸੀ ਕਿ ਵਿਰੋਧੀਆਂ ਦੇ ਨਾਲ ਬਹੁਤ ਤਕੜਾ ਪੇਚਾ ਪੈਣਾ। ਠੀਕ ਹੈ, ਔਰ ਇਹਨੂੰ ਤੇ ਖਾਸ ਤੌਰ ਤੇ ਆਉਣਾ ਚਾਹੀਦਾ ਸੀ, ਇਹਨੂੰ ਤੇ ਨੇੜੇ ਹੋ ਕੇ ਕੁਝ ਮਸਲੇ ਨੇੜੇ ਲਿਆਉਣੇ ਚਾਹੀਦੇ ਸੀਗੇ। ਕਿਉਂ ਨਹੀਂ ਇਹ ਆਵਾਜ਼ ਬਣਿਆ? ਇਹਦੇ ਕੋਲ ਇੱਕ ਬਹੁਤ ਵੱਡਾ ਮੌਕਾ ਸੀ, ਸਨੀ ਦਿਓਲ ਨੇ ਉਹ ਮੌਕਾ ਗਵਾ ਲਿਆ। ਔਰ ਇਹਨਾਂ ਦੇ ਪਰਿਵਾਰ ਤੇ ਪਹਿਲਾਂ ਵੀ
ਇਦਾਂ ਹੀ ਹੁੰਦੀ ਰਹੀ ਹੈ ਕਿ ਜੇਕਰ ਧਰਮਿੰਦਰ ਸਾਹਿਬ ਬਣੇ ਨੇ MP, ਉਹਨਾਂ ਦੇ ਵੀ ਲਾਪਤਾ ਦੇ ਪੋਸਟਰ ਲੱਗੇ ਨੇ, ਹੇਮਾ ਮਾਲਿਨੀ ਜੀ ਦੇ ਵੀ ਲੱਗੇ ਨੇ, ਔਰ ਇਧਰੋਂ ਸਨੀ ਦਿਓਲ ਦੇ ਵੀ ਲੱਗੇ ਨੇ। ਗੱਲ ਇਹ ਹੈ ਕਿ ਸਾਰੇ ਆਪਾਂ ਇੱਕੋ ਹੀ ਪਾਸੇ ਨਾ ਤੁਰ ਜਾਈਏ। ਅੱਜ ਲੋੜ ਸੀ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਲਾ ਨਾਰਾ ਮਾਰ ਦਿੰਦੇ। ਹੁਣ ਜੋਸ਼ੀ ਨੇ ਮਾਰਿਆ, ਠੀਕ ਹੈ, ਜੋਸ਼ੀ ਨੇ ਮਾਰਿਆ ਤੇ ਲੋਕਾਂ ਦੀ ਹਮਦਰਦੀ ਵੀ ਉਹਦੇ ਨਾਲ ਜੁੜੀ ਹੈ, ਪਰ ਗੱਲ ਇਹ ਹੈ ਕਿ ਉਹਨਾਂ ਨੇ ਵੀ ਲੇਟ ਮਾਰਿਆ। ਔਰ ਜੇਕਰ ਸਨੀ ਦਿਓਲ ਕੋਈ ਮਾੜਾ ਮੋਟਾ ਹਾਰਾ ਨਾਰਾ ਮਾਰਦੇ, ਹੋ ਸਕਦਾ ਗੁਰਦਾਸਪੁਰੀਆਂ ਦੀ ਵੋਟ ਦਾ ਮੁੱਲ ਮੁੜ ਜਾਂਦਾ, ਪਰ ਉਹਨਾਂ ਨੇ ਕੋਰਾ ਚਿੱਟਾ ਜਵਾਬ ਦੇ ਕੇ ਗੁਰਦਾਸਪੁਰੀਆਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਹੁਣ ਅਗਲੀ ਵਾਰ ਕੋਈ ਫਿਲਮ ਸਟਾਰ ਚਾਹੀਦਾ ਜਾਂ ਫਿਰ ਤੁਹਾਡਾ ਆਪ ਦਾ ਕੋਈ ਭੈਣ, ਭਾਈ, ਭਤੀਜਾ, ਚਾਚਾ, ਤਾਇਆ ਕੋਈ ਤੁਹਾਡੇ ਵਿੱਚੋਂ ਹੀ ਹੋਵੇ। ਜੀ ਜੋਗੀ ਸਾਹਿਬ, ਸਨੀ ਦਿਓਲ ਨਾਲ ਜੁੜੀ ਹੋਈ ਇੱਕ ਹੋਰ ਵੀ ਖਬਰ ਸੁਣੀ ਹੈ ਵੀ ਉਹ ਥਾਰ ਦੀ ਮੰਗ ਕਰ ਰਹੇ ਨੇ, ਕੀ ਹੈ ਪੂਰਾ ਮਾਮਲਾ? ਦੇਖੋ, ਕੰਪਨੀ ਨੇ ਇੱਕ ਬਹੁਤ ਵਧੀਆ ਜੀਪ ਬਣਾਈ ਔਰ ਉਸ ਜੀਪ ਦੀ ਡਿਮਾਂਡ ਬਹੁਤ ਆ। ਉਹਦੀ ਇੰਨੀ ਡਿਮਾਂਡ ਵੱਧ ਗਈ ਕਿ ਲੋਕ ਉਸ ਨੂੰ ਲੈਣ ਦੇ ਲਈ ਧੜਾ ਧੜ ਪਹੁੰਚਣੇ ਸ਼ੁਰੂ ਹੋ ਗਏ ਕੰਪਨੀ ਦੇ ਸ਼ੋਰੂਮਾਂ ਦੇ ਵਿੱਚ। ਇੱਕ MLA ਸਾਹਿਬ ਦੀ ਕੁੜੀ ਦਾ ਵਿਆਹ, ਜੀ, ਕੁੜੀ ਦੇ ਵਿਆਹ ਤੇ ਅਗਲੇ ਨੇ ਉਹਨੂੰ ਕਾਰ ਦੇਣੀ, ਬੁਕਿੰਗ ਕਰਾ ਲਈ 25,000 ਰੁਪਇਆ ਦੇ ਕੇ। ਜੀ, ਹੁਣ ਉਹ ਗੱਡੀ ਮਿਲਦੀ ਨਹੀਂ ਹੈਗੀ, ਗੱਡੀ ਦੀ ਬੁਕਿੰਗ ਬੜੀ ਲੰਮੀ ਚਲੀ ਗਈ, ਕੋਈ ਸਾਲ ਦੀ ਬੁਕਿੰਗ ਦੱਸਦਾ, ਕੋਈ ਡੇਢ ਸਾਲ ਦੀ, ਕੋਈ 3 ਸਾਲ ਦੀ। ਤੇ ਉਹਨਾਂ ਦੀ ਨੇੜਤਾ ਹੈਗੀ ਹੈ ਸਨੀ ਦਿਓਲ ਹੋਣਾ ਦੇ ਨਾਲ। ਸਨੀ ਦਿਓਲ ਨੇ ਆਪਣੇ ਇੱਕ ਅਧਿਕਾਰਤ ਪੱਤਰ ਦੇ ਉੱਪਰ ਇੱਕ ਚਿੱਠੀ ਲਿਖੀ ਕੰਪਨੀ ਵਾਲਿਆਂ ਨੂੰ ਕਿ ਇਸ ਕੁੜੀ ਨੂੰ ਵਿਆਹ ਦੇ ਉੱਪਰ ਤੁਹਾਡੀ ਕਾਰ ਦੀ ਜ਼ਰੂਰਤ ਹੈ। ਇਹ ਕਾਰ ਉਹਨਾਂ ਨੂੰ ਪ੍ਰਾਇੋਰਟੀ ਦੇ ਉੱਪਰ ਬਹੁਤ ਜ਼ਿਆਦਾ ਪ੍ਰਾਥਮਿਕਤਾ ਦੇ ਕੇ ਇਹਨੂੰ ਕਾਰ ਜ਼ਰੂਰ ਮੁਹੱਈਆ ਕਰਵਾਓ। ਇਹ ਕਾਰ ਬਹੁਤ ਜ਼ਰੂਰੀ ਆ। ਦੇਖੋ, ਦੋ ਚੀਜ਼ਾਂ ਇਹਦੇ ਵਿੱਚ, ਇੱਕ ਤੇ ਇੱਕ ਨਿੱਕੀ ਜਿਹੀ ਚੀਜ਼ ਦੇ ਬਦਲੇ ਸਨੀ ਦਿਓਲ ਹੋਣੀ ਏਡੀ ਵੱਡੀ ਹਮਦਰਦੀ ਦਿਖਾਉਂਦੇ ਨੇ, ਐਡਾ ਵੱਡਾ ਉਦਮ ਕਰਦੇ ਨੇ ਕਿਸੇ ਗੁਰਦਾਸਪੁਰ ਦੇ ਕਿਸੇ ਨੌਜਵਾਨ ਦੀ ਕੋਈ ਨੌਕਰੀ ਵਾਸਤੇ, ਕੋਈ ਸੁੱਖ ਸਹੂਲਤ ਵਾਸਤੇ, ਕੋਈ ਜ਼ਿਲ੍ਹੇ ਦੀਆਂ ਸੜਕਾਂ ਦੇ ਵਾਸਤੇ ਜਾਂ ਕੋਈ ਹੋਰ ਸਿਹਤ ਸਹੂਲਤਾਂ ਵਾਸਤੇ, ਸਕੂਲਾਂ ਦੇ ਵਾਸਤੇ। ਕਿਤੇ ਇਹਨਾਂ ਨੇ ਕਿਸੇ ਕੋਈ ਅਫਸਰ ਨੂੰ ਕੋਈ ਚਿੱਠੀ ਲਿਖੀ, ਕਿਸੇ ਅਧਿਕਾਰੀ ਨੂੰ ਕੋਈ ਚਿੱਠੀ ਲਿਖੀ, ਇਹ ਚਿੱਠੀ ਲਿਖਦੇ ਨੇ ਥਾਰ ਲੈਣ ਵਾਸਤੇ। ਕੋਈ ਗੱਲ ਨਹੀਂ, ਫਿਰ ਹੁਣ ਆਉਣ ਲੋਕੀ ਗੁਰਦਾਸਪੁਰ ਹਲਕੇ ਦੇ ਫਿਰ ਦੇਣਗੇ ਇਹਨੂੰ ਥਾਰ ਬਿਨਾਂ ਟਾਇਰਾਂ ਤੋਂ। ਜਿਨ੍ਹਾਂ ਕਿਸਾਨਾਂ ਨੇ ਵੋਟਾਂ ਪਾਈਆਂ ਇਹ ਤਾਂ ਉਹਨਾਂ ਲਈ ਨਹੀਂ ਬੋਲੇ। ਹਾਂ, ਮੈਂ ਇਹਦੇ ਵਿੱਚ ਦੋ ਗੱਲਾਂ, ਚਿੱਠੀਆਂ ਤੇ ਉਹਨਾਂ ਨੇ ਦੋ ਲਿਖੀਆਂ ਜੋਗੀ ਸਾਹਿਬ, ਇੱਕ ਦੀਪ ਸਿੱਧੂ ਵਾਲੀ ਤੇ ਇੱਕ ਇਹ ਥਾਰ ਵਾਲੀ। ਪਰ ਇੱਥੇ ਤੁਸੀਂ ਦੇਖੋ ਕਿ ਇੱਕ ਪਾਸੇ ਸਾਨੂੰ ਜੇ 70 ਨਾ ਸੀ 50 ਸਾਲ ਤੇ ਸਾਨੂੰ ਇਸ ਜਦੋਜਹਿਦ ਦੇ ਵਿੱਚ ਪਿਆ ਨੂੰ ਹੋ ਗਏ ਨੇ ਕਿ ਦਾਜ ਦੀ ਜਿਹੜੀ ਇੱਕ ਤਰ੍ਹਾਂ ਦੀ ਭੈੜੀ ਅਲਾਮਤ ਸਾਨੂੰ ਚਿੰਬੜੀ ਹੋਈ ਹੈ, ਬਿਮਾਰੀ ਚਿੰਬੜੀ ਹੋਈ ਹੈ। ਇਸ ਤੋਂ ਖਿਹੜਾ ਛਡਾਈਏ। ਕਿੰਨੀਆਂ ਲੜਕੀਆਂ ਭੇਟਾਂ ਛੜੀਆਂ ਨੇ ਇਸ ਦੀਆਂ, ਹਨਾ। ਜਿਵੇਂ ਸੁਰਜੀਤ ਪਾਤਰ ਲਿਖਦੇ ਨੇ ਕਿ ਕੋਈ ਦਸਤਾਰ ਰਤ ਲਿਬੜੀ, ਕੋਈ ਤਲਵਾਰ ਆਈ ਹੈ, ਲਿਆਓ ਸਰਦਲਾਂ ਤੋਂ ਚੁੱਕ ਕੇ ਅਖਬਾਰ ਆਈ ਹੈ। ਇਹ ਘਰਾਂ ਦੀ ਅੱਗ ਸਿਆਣੀ ਹੈ, ਤਦੇ ਤਾਂ ਇਸ ਦੀ ਮਾਰ ਅੰਦਰ ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ। ਬਿਲਕੁਲ। ਤੇ ਇਹ ਦਾਜ ਵਿੱਚ ਦੇਣ ਲਈ ਥਾਰ ਦੇ ਜਿਹੜੀ ਸਿਫਾਰਿਸ਼ ਕਰ ਰਹੇ ਨੇ। ਬਿਲਕੁਲ। ਦੂਸਰੇ ਪਾਸੇ ਉਹਨਾਂ ਦੇ ਜਿਹੜਾ ਇਹਨਾਂ ਨੂੰ ਸਵਾਲ ਪੁੱਛਣਾ ਬਣਦਾ ਹੈ, ਰੀਤੀ ਨੂੰ ਬੜਾਵਾ ਦੇ ਰਹੇ। ਹਾਂਜੀ, ਤੁਸੀਂ ਜਿਹੜਾ ਇੱਕ ਇੰਨਾ ਭੈੜਾ ਸਾਡਾ ਪੁਰਾਣਾ ਸਿਸਟਮ ਹੈ ਜਿਸ ਨੂੰ ਅਸੀਂ ਖਤਮ ਕਰਨ ਦੀ ਸੋਚ ਰਹੇ ਹਾਂ। ਕਈ ਲੋਕ ਹੋਣਗੇ ਜਿਹੜੇ ਇਸ ਦੇ ਹੱਕ ਵਿੱਚ ਵੀ ਕਈ ਤਰੀਕਿਆਂ ਨਾਲ ਬੋਲਦੇ ਹੋਣਗੇ, ਲੜਕੀ ਦੇ ਹੱਕਾਂ ਦੀ ਗੱਲ ਕਰਕੇ, ਪਰ ਅਲਟੀਮੇਟਲੀ ਇਸਨੇ ਨੁਕਸਾਨ ਹੀ ਕੀਤਾ ਸਾਡੇ ਸਮਾਜ ਦਾ। ਇਸ ਵਿੱਚ ਫਾਇਦਾ ਬਹੁਤਾ ਹੋਇਆ ਨਹੀਂ। ਜਿਵੇਂ ਤੁਸੀਂ ਦਾਜ ਦੀ ਗੱਲ ਕੀਤੀ ਹੈ, ਸੱਚਮੁੱਚ ਇਹ ਦਾਜ ਦੀ ਪ੍ਰਥਾ ਨੇ ਬਹੁਤ ਸਾਰੀਆਂ ਧੀਆਂ ਖਾ ਲਈਆਂ ਸਾਡੇ ਪੰਜਾਬ ਦੀਆਂ। ਪਰ ਇੱਥੇ ਇਹ ਵੀ ਆਪਾਂ ਗੱਲ ਜੋੜ ਕੇ ਦੇਖੀਏ ਕਿ ਜਿਹੜੇ ਬਹੁਤ ਨਿਮਨ ਵਰਗ ਦੇ ਲੋਕ ਨੇ, ਜਿਹੜੇ ਕਿ ਲੋੜਵੰਦ ਪਰਿਵਾਰ ਨੇ, ਉਹ ਤੇ ਇਸ ਕੰਮ ਨੂੰ ਵਧਾਵਾ ਦਿੰਦੇ ਹੀ ਨਹੀਂ। ਜਿਹੜੇ ਵੱਡੀਆਂ ਵੱਡੀਆਂ ਥਾਰਾਂ ਮੰਗਣ ਵਾਲੇ ਆ, ਜੀ, ਠੀਕ ਹੈ ਨਾ, MP ਦੀ ਸਿਫਾਰਿਸ਼, MP ਦੀਆਂ ਸਿਫਾਰਿਸ਼ਾਂ ਹੋਣ ਡੀਆਂ। ਸਾਡੇ ਵਰਗੇ ਗਰੀਬ ਲੋਕ ਤਾਂ ਵਿਚਾਰੇ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਧੀ ਦਾ ਕਾਜ ਜਿਹੜਾ ਸਿਰੇ ਚੜ ਜਾਵੇ, ਹਨਾ, ਤੇ ਉਹ ਤੇ ਸਾਦੀਆਂ ਵਿਆਹਾਂ ਦੇ ਵਿੱਚ, ਸਾਦੇ ਵਿਆਹਾਂ ਦੇ ਵਿੱਚ ਯਕੀਨ ਕਰਦੇ ਨੇ। ਇਹ ਵੱਡੇ ਵੱਡੇ ਲੋਕਾਂ ਨੇ ਸਾਡੇ ਦਿਲੋਂ ਦਿਮਾਗ ਦੇ ਵਿੱਚ ਪਤਾ ਨਹੀਂ ਕੈਸੇ ਮਾੜੇ ਸੁਪਨਿਆਂ ਦੇ ਬੀਜ ਬੋ ਦਿੱਤੇ ਆ। ਔਰ ਜਿਹੜੇ ਵੱਡੇ ਵੱਡੇ ਪੈਲਸਾਂ ਦੇ ਵਿੱਚ ਚਲੇ ਗਏ ਨੇ, ਵੱਡੀਆਂ ਵੱਡੀਆਂ ਥਾਵਾਂ ਤੇ ਚਲੇ ਗਏ ਨੇ, ਵੱਡੇ ਵੱਡੇ ਤੋਹਫੇ ਦੇਣ ਲੱਗ ਪਏ ਨੇ। ਇਹ ਜਿਹੜੇ ਥਾਰਾਂ ਦਿੰਦੇ ਨੇ, ਜਿਹੜੇ ਦੂਸਰੇ ਵਿਚਾਰੇ ਕੋਈ ਸਾਈਕਲ ਵੀ ਨਹੀਂ ਦੇ ਸਕਦਾ, ਉਹਨਾਂ ਨੂੰ ਕੀ ਇਹ ਦੇਣਗੇ ਸਬਕ? ਕੀ ਕਹਿਣਗੇ ਇਸ ਪ੍ਰਥਾ ਨੂੰ ਵੀ ਅਸੀਂ ਖਤਮ ਕਰ ਦਈਏ? ਕਿਉਂਕਿ ਸਭ ਤੋਂ ਵੱਡੀ ਗੱਲ ਆ ਕਿ ਕੋਈ ਸਵਾਣੀ ਆਪਣਾ ਘਰ ਹੂੰਝਦੀ ਹੈ, ਸਾਫ਼ ਕਰਦੀ ਹੈ, ਉਹ ਕਹਿੰਦੀ ਕਿ ਥੋੜੀ ਦੇਰ ਬਾਅਦ ਗੰਦ ਫੇਰ ਖਿਲਰ ਜਾਂਦਾ। ਚੱਕਰ ਕੀ ਹੈ ਵੀ ਮੈਂ ਤਾਂ ਰੋਜ਼ ਸਾਫ਼ ਸਫਾਈ ਕਰਦੀ ਆ, ਵਿਹੜੇ ਦੇ ਵਿੱਚ ਗੰਦ ਫੇਰ ਖਿਲ ਰਿਹਾ। ਹੁਣ ਗੰਦ ਤੇ ਖਿਲਰਨਾ ਹੀ ਹੈ ਜਾਂ ਤੁਹਾਡੇ ਬਨੇਰੇ ਦੇ ਉੱਪਰ ਕੂੜਾ ਹੈ, ਪਹਿਲਾਂ ਬਨੇਰਾ ਸਾਫ਼ ਕਰਨਾ ਪਊਗਾ। ਇਹ ਸਾਡੇ ਬਨੇਰਿਆਂ ਦੇ ਉੱਪਰ ਬੈਠਾ ਜਿਹੜਾ ਗੰਦ ਆ ਨਾ, ਪਹਿਲਾਂ ਜੇਕਰ ਇਹ ਸਾਫ਼ ਹੋਊਗਾ, ਸਾਡੇ ਵਿਹੜੇ ਆਪਣੇ ਆਪ ਸਾਫ਼ ਹੋ ਜਾਣਗੇ। ਬਿਲਕੁਲ ਜੋਗੀ ਜੀ, ਦਰੁਸਤ ਗੱਲ ਕੀਤੀ ਤੁਸੀਂ। ਕੁਝ ਮੁੱਦੇ ਅਸੀਂ ਵਿਚਾਰ ਲਏ ਨੇ ਤੇ ਕੁਝ ਵਿਚਾਰਨੇ ਅਜੇ ਬਾਕੀ ਨੇ, ਪਰ ਇਸ ਵੇਲੇ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੈ। ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ।
ਜੋਗੀ ਸਾਹਿਬ ਜੇ ਗੱਲ ਕਰੀਏ ਕੱਲ ਪੰਜਾਬ ਸਰਕਾਰ ਨੇ ਜਿਹੜਾ ਟੋਕੀਓ 올림픽 ਤੋਂ ਖਿਡਾਰੀ ਪਰਤੇ ਨੇ ਉਹਨਾਂ ਦਾ ਮਾਣ ਸਨਮਾਨ ਕੀਤਾ ਆ ਤੇ ਕੀ ਕੁਝ ਨਵੇਂ ਐਲਾਨ ਵੀ ਕੀਤੇ ਨੇ? ਦੇਖੋ ਜਿਹੜਾ ਮਾਨ ਸਨਮਾਨ ਹੋਇਆ ਬਹੁਤ ਅੱਛੇ ਤਰੀਕੇ ਦੇ ਨਾਲ ਜੀ ਕਹਿੰਦੇ ਨੇ ਕਿ ਕਿਸੇ ਦੀ ਮਿਹਨਤ ਦਾ ਮੁੱਲ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਵੇ ਚੰਗੀ ਗੱਲ ਹੁੰਦੀ ਹੈ। ਖਿਡਾਰੀਆਂ ਦਾ ਜਿਸ ਤਰੀਕੇ ਦੇ ਨਾਲ ਮਾਨ ਸਨਮਾਨ ਹੋਇਆ ਬਹੁਤ ਚੰਗਾ। ਜਿੱਥੇ ਵੀ ਜਿਹੜੇ ਵੀ 에ਅਰਪੋਰਟ ਤੇ ਉਤਰੇ ਨੇ, ਪਹਿਲਾਂ ਦਿੱਲੀ ਆ, ਫਿਰ ਅੰਮ੍ਰਿਤਸਰ ਆ, ਫਿਰ ਆਪਣੇ ਉਹ ਜੱਦੀ ਪਿੰਡਾਂ ਦੇ ਵਿੱਚ ਪਹੁੰਚੇ ਨੇ, ਬਹੁਤ ਗੱਜ ਵੱਜ ਕੇ ਉਹਨਾਂ ਦਾ ਸਨਮਾਨ ਹੋਇਆ। ਚਾਹੇ ਕਿਸੇ ਨੂੰ ਮੈਡਲ ਮਿਲਿਆ, ਚਾਹੇ ਕਿਸੇ ਨੂੰ ਨਹੀਂ ਵੀ ਮਿਲਿਆ, ਕੁਝ ਖਿਡਾਰੀ ਨਹੀਂ ਵੀ ਲਿਆ ਸਕੇ, ਪਰ ਉਹਨਾਂ ਨੇ ਸਾਡਾ ਨਾਮ 올림픽 ਦੇ ਵਿੱਚ ਪਹੁੰਚਾਇਆ। ਸਾਰੇ ਸਾਡੇ ਲਈ ਮਾਣ ਦੇ ਲਾਇਕ ਨੇ। ਸਾਡਾ ਮਾਣ ਦੇ ਨਾਲ ਸੀਨਾ ਚੌੜਾ ਹੋਇਆ। ਇੰਨੇ ਸਮੇਂ ਬਾਅਦ ਅਸੀਂ ਫਿਰ 2012 ਦਾ ਇਤਿਹਾਸ ਦੁਹਰਾਇਆ। ਚੰਗਾ ਆ ਸਾਡੀ ਪਰਫਾਰਮੈਂਸ, ਅਸੀਂ ਜੇਕਰ ਕਹੀਏ ਬਹੁਤ ਮਾੜੀ ਨਹੀਂ, ਚੰਗੀ ਸੀ। ਸਰਕਾਰ ਦੀ ਪਰਫਾਰਮੈਂਸ ਵੀ ਇਸ ਮਾਮਲੇ ਦੇ ਵਿੱਚ ਚੰਗੀ ਰਹੀ। ਸਰਕਾਰ ਨੇ ਫਟਾਫਟ ਉਹਨਾਂ ਨੂੰ ਸੱਦਿਆ ਔਰ ਉਹਨਾਂ ਨੂੰ ਸੱਦ ਕੇ ਇਨਾਮ ਸਨਮਾਨ ਦਿੱਤੇ। ਇਨਾਮ ਦੀ ਰਾਸ਼ੀ ਵੀ ਵਧਾਈ। ਜਿੱਥੇ ਉਹਨਾਂ ਨੂੰ ਪਹਿਲਾਂ ਕਰੋੜ ਰੁਪਈਆ ਦੇਣਾ ਸੀਗਾ, ਉਸ ਤੋਂ ਬਾਅਦ ਫਿਰ ਉਹਨਾਂ ਨੇ 2 ਕਰੋੜ 51 ਲੱਖ ਰੁਪਈਆ ਵੀ ਕੀਤਾ। ਜਿਹੜੇ ਖਿਡਾਰੀ ਨਹੀਂ ਵੀ ਤਮਗਾ ਲਿਆ ਸਕੇ ਉਹਨਾਂ ਨੂੰ ਵੀ ਉਹਨਾਂ ਨੇ ਇਨਾਮ ਸਨਮਾਨ ਦਿੱਤਾ। ਕਿਸੇ ਨੂੰ 50 ਲੱਖ ਦਿੱਤਾ, ਕਿਸੇ ਨੂੰ 20 ਲੱਖ ਦਿੱਤਾ। ਚੰਗੀ ਗੱਲ ਆ, ਕਿਉਂਕਿ ਇਹ ਇਨਾਮ ਸਨਮਾਨ ਜਿਹੜੇ ਆ ਇਹ ਹੋਣੇ ਚਾਹੀਦੇ ਨੇ। ਪਰ ਇੱਥੇ ਇੱਕ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਇਹਨਾਂ ਖਿਡਾਰੀਆਂ ਦੀ ਬਾਂਹ ਕਿਤੇ ਪਹਿਲਾਂ ਫੜੀ ਹੁੰਦੀ, ਜੇਕਰ ਸਾਰੇ ਨਵੀਨ ਪਟਨਾਇਕ ਬਣੇ ਹੁੰਦੇ, ਤਾਂ ਸਾਡੇ ਦੇਸ਼ ਦੇ ਜਿਹੜੇ ਰਿਜ਼ਲਟ ਆ ਉਹ ਕੁਝ ਹੋਰ ਹੋਣੇ ਸੀ। ਕੁਝ ਹੋਰ ਵੀ ਸਾਨੂੰ ਵਧੀਆ ਚੀਜ਼ਾਂ ਮਿਲਣੀਆਂ ਸੀ। ਇਹਨਾਂ ਖਿਡਾਰੀਆਂ ਦੇ ਕੋਲ ਆਸ ਕੀਤੀ ਜਾ ਸਕਦੀ ਸੀ। ਸਾਡੇ ਸਾਰੇ ਖਿਡਾਰੀ ਬਹੁਤ ਤਨਦੇਹੀ ਦੇ ਨਾਲ ਵਧੀਆ ਲੈਅ ਦੇ ਵਿੱਚ ਖੇਡ ਕੇ ਆਇਆ। ਸਰਕਾਰ ਨੇ ਸਨਮਾਨ ਕੀਤਾ, ਚੰਗਾ ਕੀਤਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਖਿਡਾਰੀਆਂ ਦਾ ਬਣਦਾ ਮਾਣ ਸਨਮਾਨ ਜਿਹੜਾ ਉਹਨਾਂ ਨੂੰ ਸਮੇਂ-ਸਮੇਂ ਤੇ ਮਿਲਦਾ ਰਹਿਣਾ ਚਾਹੀਦਾ ਹੈ। ਕੁਲਦੀਪ ਜੀ, ਤੁਸੀਂ ਵੀ ਕੱਲ ਸਮਾਰੋਹ ਪੂਰਾ ਦੇਖਿਆ ਹੋਣਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਮੈਂ ਪਹਿਲੀ ਤਾਂ ਗੱਲ ਦੇਖਿਆ ਨਹੀਂ, ਕਿਉਂਕਿ ਮੈਂ ਦਿੱਲੀ ਵਾਲਾ ਦੇਖ ਕੇ ਰੱਜ ਗਿਆ ਸੀ। ਤੇ ਉੱਥੇ ਜਿਹੜਾ ਸਮਾਗਮ ਹੋਇਆ ਦਿੱਲੀ ਵਾਲਾ, ਅਸ਼ੋਕਾ ਹੋਟਲ ਦੇ ਵਿੱਚ ਜਦੋਂ ਖਿਡਾਰੀ ਆਏ ਨੇ, ਥੋੜੀ ਬਹੁਤੀ ਰੈਸਟ ਕਰਕੇ ਫਿਰ ਉਹਨਾਂ ਨੂੰ ਅਸ਼ੋਕਾ ਹੋਟਲ ਵਿੱਚ ਇੱਕ ਭੀੜ ਭਰੇ ਕਮਰੇ ਦੇ ਵਿੱਚ ਵਾੜ ਕੇ, ਖਿਡਾਰੀ ਵਿਚਾਰੇ ਦਿਸ ਨਹੀਂ ਸੀ ਰਹੇ, ਪਸੀਨੋ ਪਸੀਨੀ ਹੋਏ ਪਏ ਸੀ। ਤੇ ਸਟੇਜ ਤੇ ਜਿਹੜੀਆਂ ਕੁਰਸੀਆਂ ਲੱਗੀਆਂ ਹੋਈਆਂ ਸੀ ਉਹਨਾਂ ਤੇ ਸਾਡੇ 3-4 ਮੰਤਰੀ ਸਾਹਿਬਾਨ, ਸਕੱਤਰ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਤੇ ਹੋਰ ਅਹੁਦੇਦਾਰ ਬੈਠੇ ਸੀ। ਖਿਡਾਰੀ ਵੀ ਆਏ ਵਾਰੀ-ਵਾਰੀ, ਸਨਮਾਨ ਹੋਇਆ। ਤੇ ਵੱਡਾ ਜਿਹੜਾ ਪੋਸਟਰ ਲੱਗਾ ਸੀ, ਸਾਰਿਆਂ ਤੋਂ ਵੱਡਾ ਪੋਸਟਰ, ਤੇ ਉਸ ਦੇ ਖੂੰਜੇ 'ਚ ਇੱਕ ਗਰੁੱਪ ਦੇ ਵਿੱਚ ਜਿਹੜੇ 올림픽ੀਅਨ ਜਿਹੜੇ ਸਨ ਉਹ ਖਿਡਾਰੀ, ਉਹਨਾਂ ਦੀ ਫੋਟੋ ਜੀ। ਤੇ ਜੇ ਇੱਕ ਵੱਡੀ ਫੋਟੋ ਜਿਹੜੀ ਦੋਨੋਂ ਜਿਹੜੀ ਸਾਫ਼ ਦੇਖੀ ਜਾ ਸਕਦੀ ਸੀ, ਉਹ ਨਰਿੰਦਰ ਮੋਦੀ ਦੀ ਸੀ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਜਿਹੜਾ ਸਮਾਗਮ ਕੀਤਾ ਹੈ, ਇੱਕ ਪਾਸੇ ਤਾਂ ਮਨਪ੍ਰੀਤ ਬਾਦਲ ਦੀ ਪਿਛਲੇ ਦਿਨਾਂ ਤੋਂ ਕਾਫੀ ਖਿੱਚਾਧੂਈ ਹੋ ਰਹੀ ਹੈ ਕਿ ਖਜ਼ਾਨਾ ਖਾਲੀ ਹੈ ਜੀ। ਤੇ ਜੇ ਤੁਸੀਂ ਪੰਜਾਬ ਦੀਆਂ ਪ੍ਰਮੁੱਖ ਅਖਬਾਰਾਂ ਦੇ ਅੰਦਰਲੇ ਸਫ਼ੇ ਦੇ ਵਿੱਚ ਜਾ ਕੇ ਇੱਕ ਫੁੱਲ ਪੇਜ ਰੰਗਦਾਰ ਐਡ ਜਿਹੜੀ ਹੈ ਲੱਗੀ ਹੋਈ ਪੰਜਾਬ ਸਰਕਾਰ ਦੀ ਵੇਖੀ, ਜਿਸ ਵਿੱਚ ਖਿਡਾਰੀਆਂ ਦੇ ਫੈਲਿਸਿਟੇਸ਼ਨ ਪ੍ਰੋਗਰਾਮ ਦੀ ਸਨਮਾਨ ਸਮਾਰੋਹ ਦੀ ਤਫਸੀਲ ਦਿੱਤੀ ਗਈ, ਉਹ ਮੇਰਾ ਖਿਆਲ ਹੈ ਕਿ ਉਸ ਤੋਂ ਚੌਥਾ ਹਿੱਸਾ ਵੀ ਹੁੰਦੀ ਤੇ ਸਰ ਜਾਣੀ ਸੀ। ਉਹ ਰੰਗਦਾਰ ਨਾ ਵੀ ਹੁੰਦੀ ਫੇਰ ਵੀ ਕੰਮ ਚੱਲ ਜਾਣਾ ਸੀ। ਉਸ ਦੇ ਪੈਸੇ ਲੋਕ ਸੰਪਰਕ ਵਿਭਾਗ ਦੇ ਥਰੂ ਕਿੰਨੇ ਆਏ ਤੇ ਕਿਵੇਂ ਆਏ, ਇਸ ਗੱਲ ਦਾ ਕੋਈ ਹਿਸਾਬ ਹੈ? ਉੱਥੇ 20 ਖਿਡਾਰੀਆਂ ਦੀ ਫੋਟੋ ਸੀ, ਪਰ ਖਿਡਾਰੀਆਂ ਦੀ ਫੋਟੋ ਨਾਲੋਂ ਵੱਡੀ ਫੇਰ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਸੀ। ਇਹ ਜਿਹੜਾ ਆਪਣੀ ਰਾਜਨੀਤੀ ਚਮਕਾਉਣ ਦਾ ਕੰਮ ਹੈ, ਇਹ ਮੈਨੂੰ ਵਿਅਕਤੀਗਤ ਤੌਰ ਤੇ ਪਸੰਦ ਨਹੀਂ। ਪਰ ਜਿਵੇਂ ਜੋਗੀ ਜੀ ਨੇ ਆਖਿਆ ਕਿ ਜਿੰਨਾ ਕੀਤਾ ਉਨਾ ਹੀ ਬਹੁਤ ਹੈ। ਇਹ ਠੀਕ ਹੈ, ਇਹਨੇ ਸਨਮਾਨ ਕੀਤਾ, ਸਨਮਾਨ ਕਰਨਾ ਬਣਦਾ ਹੈ, ਇਸ ਤੋਂ ਵੱਧ ਹੀ ਬਣਦਾ ਸੀ, ਘੱਟ ਨਹੀਂ ਬਣਦਾ। ਤੇ ਜੇ ਕਿਤੇ ਪਹਿਲਾਂ ਕੀਤਾ ਹੁੰਦਾ ਤੇ ਨਤੀਜੇ ਹੋਰ ਦੇ ਹੋਰ ਹੁੰਦੇ। ਇਸ ਗੱਲ ਨੂੰ ਸਰਕਾਰਾਂ ਨੂੰ ਸਮਝਣਾ ਪਏਗਾ। ਸਰਦਾਰ ਪ੍ਰਗਟ ਸਿੰਘ ਨੇ ਜਿਹੜੀ ਅਕੈਡਮੀ ਬਣਾ ਕੇ ਤੇ ਨਾਲ ਨਰਸਰੀਆਂ ਛੋਟੀਆਂ ਬਣਾਈਆਂ ਤੇ ਹਾਕੀ ਦੀ ਪਨੀਰੀ ਤਿਆਰ ਹੋ ਗਈ, ਤੇ ਸਾਨੂੰ ਇੱਕ ਪਲੇਅਰਾਂ ਦੇ 15-16 ਖਿਡਾਰੀਆਂ ਦੇ ਜਾਂ 11 ਖਿਡਾਰੀ ਜਿਹੜੇ ਖੇਡਦੇ ਨੇ ਮੈਦਾਨ ਦੇ ਅੰਦਰ, ਜਾਂ ਰਿਜ਼ਰਵ ਵੀ ਸਾਨੂੰ ਅੱਗੇ ਨਹੀਂ ਸੀ ਲੱਗਦਾ ਹੁੰਦਾ ਵੀ ਰਿਜ਼ਰਵ ਲਈਏ ਕੌਣ, ਜਿਹੜੇ ਸਬਸਟੀਚਿਊਟ ਆਉਣੇ ਨੇ ਉਹ ਕਿੱਥੋਂ ਲਈਏ, ਉਸ ਕੁਆਲਿਟੀ ਦੇ ਨਹੀਂ। ਹੁਣ ਸਾਡੇ ਕੋਲ ਪੂਲ ਹੈ, ਕਈ ਖਿਡਾਰੀ ਹਾਕੀ ਦੇ ਇਹੋ ਜਿਹੇ ਉਹਨਾਂ ਦੇ ਨਾਮ ਲੈ ਜਾ ਸਕਦੇ ਨੇ ਜਿਹੜੇ ਕਿਸੇ ਵੀ 올림픽 ਟੀਮ ਵਿੱਚ ਫਿੱਟ ਹੋਣਗੇ। ਬਲਕਿ ਜਿਹੜੀਆਂ ਟੀਮਾਂ ਥੱਲੇ ਰਹਿ ਗਈਆਂ ਨੇ ਉਹਨਾਂ ਦੇ ਬਹੁਤੇ ਖਿਡਾਰੀਆਂ ਨਾਲੋਂ ਬਿਹਤਰ ਨੇ ਉਹ, ਤੇ ਜਿਹੜੇ ਕਿ ਕੁਆਲੀਫਾਈ, ਜਿਨ੍ਹਾਂ ਨੂੰ ਇਸ ਪੱਧਰ ਤੇ ਨਹੀਂ ਸਮਝਿਆ ਗਿਆ ਕਿ ਉਹ ਇਸ ਹਾਕੀ ਟੀਮ ਦੇ ਵਿੱਚ ਫਿੱਟ ਬੈਠਦੇ ਸਨ, ਕਿਉਂ ਓਵਰਆਲ ਪੱਧਰ ਜਿਹੜਾ ਉੱਚਾ ਹੋ ਗਿਆ। ਸੋ ਇੱਕ ਵਿਅਕਤੀ ਨੇ ਕੰਮ ਕੀਤਾ। ਪੰਜਾਬ ਜੇ ਖੇਤੀ ਲਈ ਜਾਣਿਆ ਜਾਂਦਾ ਸੀ, ਆਪਣੇ ਉਦਮ ਲਈ ਜਾਣਿਆ ਜਾਂਦਾ ਸੀ, ਮਹਿਮਾਨ ਨਵਾਜ਼ੀ ਲਈ ਜਾਣਿਆ ਜਾਂਦਾ ਸੀ, ਤੇ ਖੇਡਾਂ ਲਈ ਵੀ ਜਾਣਿਆ ਜਾਂਦਾ ਸੀ। ਮਾਕਾ ਟਰਾਫੀ ਜਿਹੜੀ ਹੈ ਯੂਨੀਵਰਸਿਟੀਆਂ ਦੀ ਹੁੰਦੀ ਹੈ, ਉਹ ਪੰਜਾਬ ਦੀ ਯੂਨੀਵਰਸਿਟੀਆਂ ਕੋਲ ਰਹਿੰਦੀ ਹਮੇਸ਼ਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋ ਆ ਗਈ, ਪੰਜਾਬੀ ਯੂਨੀਵਰਸਿਟੀ ਕੋ ਆ ਗਈ, ਪੰਜਾਬ ਕੋ ਆ ਗਈ, ਕਿਤੇ ਸ਼ਾਇਦ ਦੂਸਰੇ ਦੇਸ਼ ਦੀਆਂ ਦੂਸਰੀਆਂ ਯੂਨੀਵਰਸਿਟੀਆਂ ਨੇ ਜਿੱਤੀ ਹੋਵੇ। ਤਾਂ ਫਿਰ ਅਗਾਂਹ ਕੀ ਹੁੰਦਾ ਉਹਨਾਂ ਖਿਡਾਰੀਆਂ ਦਾ? ਜੇ ਸਰਕਾਰਾਂ ਇਸ ਗੱਲ ਨੂੰ ਸਮਝ ਲੈਣ ਵੀ ਇਹ ਇੱਕ ਫਿਊਚਰ ਹੈ, ਔਰ ਖੇਡਾਂ ਦੇ ਵਿੱਚ ਇਹ ਸੱਚੀ ਗੱਲ ਤਾਂ ਹੈ ਵੀ ਜਿਹੜੇ ਵੱਡੇ ਜਿਹੜੇ ਰੁਤਬੇ ਹਾਸਲ ਕਰ ਲੈਂਦੇ ਨੇ ਖਿਡਾਰੀ, PV ਸਿੰਧੂ ਹੈ, ਨੀਰਜ ਕੁਮਾਰ ਨੇ, ਨੀਰਜ ਚੋਪੜਾ ਨੇ, ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ 10-20 30 ਲੱਖ 50 ਲੱਖ ਜਾਂ ਕਰੋੜ ਉਹਨਾਂ ਲਈ ਕੋਈ ਬਹੁਤੇ ਮਾਇਨੇ ਨਹੀਂ ਰੱਖਦੇ। ਇਹ ਅਵਨ ਬਿੰਦਰਾ ਨੂੰ ਤੁਸੀਂ ਪੁੱਛ ਸਕਦੇ ਹੋ।
ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਨਫਰਾਸਟ੍ਰਕਚਰ ਬਣਾਉਣ ਦੀ ਲੋੜ ਹੈ, ਖੇਡਾਂ ਦੇ ਵਿੱਚ ਰੋਜ਼ਗਾਰ ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਤੇ ਸਾਡੇ ਉਹਨਾਂ ਖਿਡਾਰੀਆਂ ਦੀ ਵੀ ਬਾਂਹ ਫੜੋ ਜਿਹੜੇ ਓਲੰਪੀਅਨ ਤੀਜੇ ਤੇ ਨਹੀਂ ਬਹੁਤੇ ਆਏ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ ਸਥਾਨ ਤੇ ਪੰਜਾਬ ਵਿੱਚ ਹਜ਼ਾਰਾਂ ਓਲੰਪੀਅਨ ਹੋਣਗੇ ਜਿਹੜੇ ਰਹੇ ਹੋਣਗੇ ਆਪਣੇ ਸਮੇਂ ਤੇ। ਮੈਂ ਵੀ 2-3 ਨੂੰ ਜਾਣਦਾ ਤੇ ਕੁਝ ਝੋਨਾ ਵੀ ਲਗਾ ਰਹੇ ਨੇ ਤੇ ਉਹਨਾਂ ਦੀ ਵੀ ਅੱਜ ਬਾਂਹ ਫੜਨ ਤਾਂ ਕਿ ਖਿਡਾਰੀਆਂ ਨੂੰ ਪਤਾ ਲੱਗੇ ਕਿ ਜ਼ਰੂਰੀ ਨਹੀਂ ਕਿ ਸਾਡੇ ਕੋਲ ਪੰਜਾਬ ਪੁਲਿਸ ਦੀ ਜਾਂ ਕੋਈ ਹੋਰ ਨੌਕਰੀ ਜਿਹੜੀ ਹੋਵੇ ਤੇ ਫੇਰ ਹੀ ਸਾਡਾ ਭਵਿੱਖ ਜਿਹੜਾ ਸੁਰੱਖਿਅਤ ਹੈ। ਉਹਨਾਂ ਕੋਲ ਇੰਨੀ ਸਿਕਿਉਰਿਟੀ ਹੋ ਜਾਣੀ ਚਾਹੀਦੀ ਹੈ ਜਦੋਂ ਉਹਨਾਂ ਦਾ ਕੈਰੀਅਰ ਖਤਮ ਹੋਵੇ, ਕਿਉਂਕਿ ਖਿਡਾਰੀ ਦਾ ਖੇਡ ਕੈਰੀਅਰ ਜਿਹੜਾ ਜੀਵਨ ਹੁੰਦਾ ਹੈ ਬਹੁਤ ਥੋੜਾ ਹੁੰਦਾ ਹੈ, ਸ਼ੈਲਫ ਲਾਈਫ ਜਿਹੜੀ ਹੈ ਬਹੁਤੀ ਹੁੰਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈ, ਜੇ ਉਹ ਮਿਲ ਜਾਵੇ ਫਿਰ ਕੀ ਪਤਾ। ਜੀ ਜੋਗੀ ਜੀ, ਮੇਰਾ ਇਰਾਦਾ ਹੈ ਵੀ ਦਰਸ਼ਕਾਂ ਦਾ ਜਿਹੜਾ ਥੋੜਾ ਜਿਹਾ ਧਿਆਨ ਹੈ ਉਹ ਪੰਜਾਬ ਦੇ ਵਿੱਤ ਵਿਭਾਗ ਵੱਲ ਵੀ ਦਵਾਈਏ। ਕਹਿੰਦੇ ਨੇ ਵੀ 27 ਵਿਧਾਇਕਾਂ ਨੂੰ ਇਨੋਵਾ ਦੇਣ ਤੋਂ ਮਨਾ ਕਰਤਾ, ਕੀ ਕਾਰਨ ਰਿਹਾ? ਉਹ ਕਹਿੰਦੇ ਸ਼ੁਰੂ ਤੋਂ ਹੀ ਕਹਿੰਦੇ ਰਹੇ ਆ ਕਿ ਸਾਡਾ ਖਜ਼ਾਨਾ ਖਾਲੀ ਹੈ, ਔਰ ਭਗਵੰਤ ਮਾਨ ਹੁਣੀ ਕਹਿੰਦੇ ਵੀ ਜੇਕਰ ਖਜ਼ਾਨਾ ਖਾਲੀ ਆ ਤਾਂ ਫਿਰ ਇਹਨੂੰ ਖਜ਼ਾਨਾ ਨਾ ਕੋਈ, ਇਹਨੂੰ ਪੀਪਾ ਕਹਿ ਲਓ। ਇਸ ਵੇਲੇ ਨਵਜੋਤ ਸਿੰਘ ਸਿੱਧੂ ਹੁਣੀ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਣੀ ਆ, ਉਹਨਾਂ ਦੀਆਂ ਆਪਸ ਦੇ ਵਿੱਚ ਖੜਕਦੀਆਂ ਜਿਹੜੀਆਂ ਉਹ ਇਸ ਵੇਲੇ ਖਜ਼ਾਨੇ ਤੱਕ ਵੀ ਜਾ ਪਹੁੰਚੀਆਂ, ਕਿਉਂਕਿ ਵਿਧਾਇਕਾਂ ਨੂੰ ਨਵੀਆਂ ਇਨੋਵਾ ਚਾਹੀਦੀਆਂ। ਉਹ ਪੁਰਾਣੀਆਂ ਇਨੋਵਾ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਉਹ ਤਾਂ ਬਣੇ ਇਸ ਕਰਕੇ ਨੇ ਕਿ ਅਸੀਂ ਐਸ਼ਾਂ ਲੁੱਟਾਂਗੇ, ਲਗਜ਼ਰੀ ਲਾਈਫ ਬੁੱਲੇ ਲੁੱਟਾਂਗੇ, ਠੀਕ ਹੈ ਨਾ। ਔਰ ਇਹ ਤਾਂ ਬੱਤੀਆਂ ਲਗਾ ਕੇ ਉੱਪਰ ਮੂਹਰੇ ਕਮਾਂਡੋ ਸਾਡੇ ਚੱਲਦੇ ਹੋਣ, ਪਾਇਲਟ ਗੱਡੀਆਂ ਚੱਲਦੀਆਂ ਹੋਣ, ਇਸੇ ਚਕਾਚੌਂਧ ਨੂੰ ਤਾਂ ਇਹ ਇੱਧਰ ਆਉਂਦੇ ਆ ਕਿ ਸਾਨੂੰ ਸਲੂਟਾਂ ਵਜਣ ਨੱਠ ਕੇ ਆ ਕੇ ਸਾਡਾ ਕੋਈ ਦਰਵਾਜ਼ਾ ਖੋਲੇ, ਅਸੀਂ ਗੱਡੀ ਦੇ ਵਿੱਚੋਂ ਬਾਹਰ ਨਿਕਲੀਏ। ਤੇ ਮਾੜੀ ਗੱਡੀ ਦੇ ਵਿੱਚੋਂ ਬਾਹਰ ਨਿਕਲਣਗੇ ਤਾਂ ਫਿਰ ਕਿੱਦਾਂ ਦਾ ਲੱਗੂਗਾ। ਮੁਹੰਮਦ ਜ਼ਹੀਰ ਨੂੰ ਕਿਸੇ ਵਕਤ ਜਦੋਂ ਬਹੁਤ ਵਧੀਆ ਪੰਜਾਬ ਵਿੱਚ ਉਹਨਾਂ ਦੀ ਤੂਤੀ ਬੋਲਦੀ ਹੁੰਦੀ ਸੀ, ਇਸ ਵੇਲੇ ਵੀ ਬੋਲਦੀ ਗਾਇਕੀ ਦੇ ਵਿੱਚ, ਤਾਂ ਉਹਨਾਂ ਨੂੰ ਕਿਸ ਨੇ ਕਿਹਾ ਸੀ ਕਿ ਤੁਸੀਂ ਛੋਟੀ ਜਿਹੀ ਗੱਡੀ ਦੇ ਵਿੱਚ ਹੋਣੇ ਅੰਬੈਸਡਰ ਦੇ ਵਿੱਚ, ਹੁਣ ਵੱਡੀ ਗੱਡੀ ਲੈ ਲਓ ਵੀ ਪਤਾ ਲੱਗੇ ਵੀ ਮੁਹੰਮਦ ਜ਼ਹੀਰ ਆਇਆ। ਤੇ ਉਹਨਾਂ ਨੇ ਇੱਕ ਗੱਲ ਕਹੀ, ਉਹ ਕਹਿੰਦਾ ਯਾਰ ਜੇ ਮੈਂ ਵੱਡੀ ਗੱਡੀ ਵੀ ਲੈ ਲਵਾਂ ਤਾਂ ਨਿਕਲਣਾ ਤਾਂ ਵਿੱਚੋਂ ਮੁਹੰਮਦ ਜ਼ਹੀਰ ਹੀ ਆ, ਹੋਰ ਥੋੜਾ ਕਿਸੇ ਨੇ ਨਿਕਲੇ ਹੋਣਾ ਕਿ ਵੱਡੀ ਗੱਡੀ ਦੇ ਨਾਲ ਕੋਈ ਹੋਰ ਵੱਡਾ ਨਿਕਲੇ ਹੋਣਾ। ਸੋ ਗੱਡੀਆਂ ਦੀ ਲਾਲਸਾ ਜਿਹੜੀ ਆ ਇਹ ਵਿਧਾਇਕਾਂ ਨੂੰ ਰਹੀ ਆ। ਵਿਧਾਇਕਾਂ ਨੇ ਸਾਰਿਆਂ ਨੇ ਇੱਕ ਪੇਸ਼ਕਸ਼ ਕੀਤੀ ਸੀ ਕਿ ਸਾਨੂੰ ਨਵੀਆਂ ਗੱਡੀਆਂ ਦਿਓ, ਔਰ ਬਹੁਤੇ ਵਿਧਾਇਕ ਇਸ ਵੇਲੇ ਹੁਣ ਉਹ ਹੋ ਗਏ ਨੇ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪਾਲੇ ਦੇ ਵਿੱਚ ਘੁੰਮ ਰਹੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਸਿੱਧੀ ਨਾ ਕਰਨ ਦੀ ਬਜਾਏ ਕਿ ਉਹਨਾਂ ਨੂੰ ਸਿੱਧੀ ਨਾ ਕਰ ਦਈਏ ਤਾਂ ਕਿ ਉਹ ਤੜੰਗ ਲੱਗੇ ਨਵਜੋਤ ਸਿੰਘ ਸਿੱਧੂ ਨੂੰ ਵੀ ਤੇ ਦੂਸਰੇ ਵਿਧਾਇਕਾਂ ਨੂੰ ਵੀ। ਇਸ ਕਰਕੇ ਇਸ ਵੇਲੇ ਖਤਰਾ ਕੋਈ ਲੈਣ ਦੇ ਮੂਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੈ ਨਹੀਂ। ਉਹਨਾਂ ਨੇ ਹੁਣ ਦੂਸਰਾ ਚੋਰ ਮੋਰੀ ਲੱਭੀ ਹੈ। ਉਹਨਾਂ ਨੇ ਉਹ ਸਿਫਾਰਿਸ਼ ਜਿਹੜੀ ਸਿੱਧੀ 27 ਇਨੋਵਾ ਦੀ ਉਹ ਭੇਜ ਦਿੱਤੀ ਹੈ ਜੀ ਸਿੱਧੀ ਜਾ ਕੇ ਵਿੱਤ ਵਿਭਾਗ ਨੂੰ। ਵਿੱਤ ਵਿਭਾਗ ਨੇ ਜਦੋਂ ਉਹ ਚਿੱਠੀ ਪਹੁੰਚੀ ਟਰਾਂਸਪੋਰਟ ਵਿਭਾਗ ਤੋਂ ਹੁੰਦੀ ਹੋਈ ਤਾਂ ਉੱਥੇ ਕਹਿਤਾ ਕਿ ਸਾਡੇ ਕੋਲ ਪੈਸੇ ਹੈ ਨਹੀਂ, ਸਾਡੇ ਕੋਲ ਪੈਸੇ ਹੈ ਨਹੀਂ। ਪਤਾ ਨਹੀਂ ਹੋਰ ਇਹਨਾਂ ਵਿਧਾਇਕਾਂ ਦੇ ਲਈ ਹੈ ਨਹੀਂ, ਪੈਸੇ ਹੈਗੇ ਆ, ਪਰ ਉਹਨਾਂ ਨੇ ਇਹ ਨਾ ਕਰ ਦਿੱਤੀ ਕਿ ਨਵੀਆਂ ਇਨੋਵਾ ਖਰੀਦਣ ਦੇ ਲਈ ਪੈਸੇ ਹੈ ਨਹੀਂ। ਪਹਿਲਾਂ ਵੀ ਗੱਡੀਆਂ ਲਈਆਂ, ਪਹਿਲਾਂ ਵੀ ਸਾਰਿਆਂ ਨੂੰ ਗੱਡੀਆਂ ਦਿੱਤੀਆਂ, ਹੁਣ ਨਵੀਆਂ ਇਨੋਵਾ ਗੱਡੀਆਂ ਉਹ ਖਾਰੇ ਇਸ ਕਰਕੇ ਵੀ ਨਾ ਕਰ ਦਿੱਤੀ ਹੈ ਕਿ ਕੱਲ ਨੂੰ ਜਦੋਂ ਸਰਕਾਰ ਕਿਤੇ ਰੱਬ ਨਾ ਕਰੇ ਦੂਸਰੇ ਦੀ ਬਣ ਜਾਵੇ, ਕਿਤੇ ਸਾਡੀਆਂ ਗੱਡੀਆਂ ਉਹੀ ਨਾ ਝੂਟਦੇ ਫਿਰਨ, ਹਨਾ। ਉਹ ਨਾ ਜਿਹੜੀ ਹੋ ਗਈ ਆ, ਔਰ ਇਸ ਵੇਲੇ ਉਹਨਾਂ ਦੇ ਦਿਲ ਕਿਤੇ ਨਾ ਕਿਤੇ ਜ਼ਰੂਰ ਟੁੱਟੇ ਹੋਣਗੇ ਤੇ ਗੁੱਸੇ ਵੀ ਜ਼ਰੂਰ ਹੋਣਗੇ। ਉਹਦਾ ਵੀ ਖਮਿਆਜ਼ਾ ਸਰਕਾਰ ਦੇ ਜਿਹੜੇ ਵਿੱਚ ਆਲਾ ਸਾਡੇ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਵਜ਼ੀਰ ਆਲਾ, ਉਹਨਾਂ ਨੂੰ ਵੀ ਜ਼ਰੂਰ ਭੁਗਤਣਾ ਪਏਗਾ। ਜੀ ਜੋਗੀ ਸਾਹਿਬ, ਮੈਂ ਸਲਾਹ ਆਪ ਜੀ ਨਾਲ ਕਰਨੀ ਚਾਹੁੰਦਾ ਹਾਂ। ਇਨੋਵਾ ਗੱਡੀਆਂ ਦੀ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਨੇ ਪੈਸੇ ਦਾ ਹੁਣ 4-5 ਮਹੀਨਿਆਂ ਲਈ ਗੱਡੀਆਂ ਲੈਣ ਦਾ ਕੋਈ ਮਤਲਬ ਚੋਣ ਜ਼ਾਬਤਾ ਲੱਗ ਜਾਣਾ, ਫਿਰ ਆਪਣੀਆਂ ਝੂਟਣੀਆਂ ਪੈਣੀਆਂ ਜੀ। ਤੇ ਜਿਹੜਾ ਮੰਤਰੀ ਮੰਡਲ 'ਚ ਰੱਦੋ ਬਦਲ ਦੀ ਗੱਲ ਚੱਲ ਰਹੀ ਹੈ ਉਸ ਦਾ ਵੀ ਕੋਈ ਲੈਣਾ ਦੇਣਾ ਇਸ ਨਾਲ ਹੋ ਸਕਦਾ ਕਿ ਹੋ ਸਕਦਾ ਨਵੀਂ ਗੱਡੀ ਕੀ ਪਤਾ ਕਿਹਨੂੰ ਮਿਲੇ ਕਿਹਨੂੰ ਨਾ ਮਿਲੇ। ਇਸੇ ਤਾਂ 605 ਦੇ ਵਿੱਚ ਸਰਕਾਰ ਜਿਹੜੀ ਹੁਣ ਖਜ਼ਾਨਾ ਕਹਿੰਦੀ ਹੈ ਵੀ ਸਾਡਾ ਖਾਲੀ ਹੋ ਗਿਆ। ਹੁਣ ਕਿਹਨੂੰ ਗੱਡੀ ਉਹ ਜਾਣੀ ਹੈ ਕਿਹਨੂੰ ਨਹੀਂ ਜਾਣੀ, ਕਿਉਂਕਿ ਇੱਕ ਪਾਸੇ ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਦਿੱਲੀ ਜਾ ਕੇ ਬੈਠ ਜਾਂਦੇ ਨੇ ਕਿ ਭਾਈ ਹੁਣ ਮੈਂ ਪਹਿਲੀ ਗੱਲ ਤਾਂ ਮੀਟਿੰਗਾਂ ਹੀ ਨਹੀਂ ਹੋ ਰਹੀਆਂ ਉਹਨਾਂ ਦੀਆਂ, ਮੰਤਰੀ ਮੰਡਲ ਦੀਆਂ ਕਿੰਨੀ ਦੇਰ ਤੋਂ ਉਹਨਾਂ ਦੀਆਂ ਮੀਟਿੰਗਾਂ ਨਹੀਂ ਹੋ ਰਹੀਆਂ, ਇਸੇ ਕਸ਼ਮਕਸ਼ ਦੇ ਵਿੱਚ ਕਿ ਕੌਣ ਬਾਜ਼ੀ ਮਾਰ ਜਾਊਗਾ, ਠੀਕ ਹੈ। ਔਰ ਹੁਣ ਜਿਹੜੀਆਂ ਤੁਸੀਂ ਗੱਲ ਕਹਿੰਦੇ ਹੋ ਕਿ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ, ਹੁਣ ਫਿਰ ਗਏ ਨੇ ਸੋਨੀਆ ਗਾਂਧੀ ਦੇ ਕੋਲ, ਉੱਥੋਂ ਜਾ ਕੇ ਉਹ ਹਰੀ ਝੰਡੀ, ਬਾਰ-ਬਾਰ ਝੰਡੀਆਂ ਤਾਂ ਹਰੀਆਂ ਮਿਲ ਜਾਂਦੀਆਂ, ਪਰ ਉਹ ਹਰੀ ਝੰਡੀ ਹੋਣੀ ਕਦੋਂ ਆ, ਕਦੋਂ ਮੰਤਰੀ ਮੰਡਲ ਦੇ ਵਿੱਚ ਉਹਨਾਂ ਦਾ ਇਹ ਹੁਣ ਫੇਰ ਬਦਲ ਹੋਣਾ ਹੈ, ਇਹ ਬਾਅਦ ਵਿੱਚ ਪਤਾ ਲੱਗੂਗਾ। ਤੇ ਕਿਹੜੇ ਮੰਤਰੀ ਐਡਜਸਟ ਹੋਣੇ ਆ, ਕਿਹੜੇ ਬਾਹਰ ਚਲੇ ਜਾਣੇ ਆ, ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਝੰਡੀ ਵਾਲੀ ਕਾਰ ਮਿਲਣੀ ਕਿਹਨੂੰ ਆ, ਕਿਹਦੀ ਖੋਹ ਲੈਣੀ ਜੀ। ਵੈਸੇ ਮੈਨੂੰ ਲੱਗਦਾ ਨਹੀਂ ਵਿਅਕਤੀਗਤ ਤੌਰ ਤੇ ਕਿ ਜੇ ਇਹ 4 ਜਾਂ 5 ਮਹੀਨਿਆਂ ਵਾਸਤੇ ਕਿਸੇ ਨੂੰ ਜ਼ਾਬਤਾ ਲੱਗਣ ਤੱਕ ਹੀ ਹੈ ਨਾ, ਉਸ ਤੋਂ ਬਾਅਦ ਤੇ ਮੰਤਰੀ ਉਸ ਦੀ ਜ਼ਿੰਮੇਵਾਰੀ ਵੀ ਕੁਝ ਨਹੀਂ ਖਤਮ ਹੋ ਜਾਂਦੇ ਆ, ਬਿਲਕੁਲ ਖਤਮ ਹੋ ਜਾਂਦੀ ਹੈ। ਹਾਂਜੀ, ਤੇ ਲੱਗਦਾ ਨਹੀਂ ਕਿ ਇਸ ਤਰ੍ਹਾਂ ਹੁਣ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤੇ ਜਾਣਾ ਵਾਜਬ ਹੈ। ਔਰ ਰਿਸਕ ਵੀ ਲੈਣਾ, ਇਹ ਇਸ ਮੌਕੇ ਦੇ ਉੱਪਰ ਰਿਸਕ ਵੀ ਲੈਣਾ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਐਡੇ ਕੱਚੇ ਕੂਲੇ ਤਾਂ ਹੈ ਨਹੀਂ ਕਿ ਇਸ ਮੌਕੇ ਤੇ ਵੀ ਜਿੱਥੇ ਕਾਂਗਰਸ ਪਾਰਟੀ ਬਿਲਕੁਲ ਕਿਨਾਰੇ ਤੇ ਖੜੀ ਹੈ,
ਆਪਸੀ ਲੜਾਈਆਂ, ਆਪਸੀ ਗੁੱਟਬੰਦੀ, ਧੜੇਬੰਦੀ। ਹੁਣ ਇਸ ਵੇਲੇ ਇਹ ਜ਼ੋਖਮ ਉਠਾਉਣ ਕਿ ਇੱਕ ਵਿਧਾਇਕ ਦੇ ਕੋਲੋਂ ਇੱਕ ਮੰਤਰੀ ਬਣਾ ਦਿੱਤਾ ਜਾਵੇ ਔਰ ਦੂਸਰਾ ਮੰਤਰੀ ਜਿਹੜਾ ਉਹਦੇ ਕੋਲੋਂ ਗੱਡੀ ਖੋ ਕੇ ਉਹਨੂੰ ਵਿਧਾਇਕ ਬਣਾ ਦਿੱਤਾ ਜਾਵੇ, ਇਸ ਵੱਡਾ ਰਿਸਕ ਤੋਂ ਡਰਦੇ ਸਾਰੇ ਹੈ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਜੋਗੀ ਸਾਹਿਬ, ਗੱਲ ਫਿਰ ਪੰਜਾਬ ਦੀ ਸਿਆਸਤ ਦੀ ਕਰਦੇ ਹਾਂ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜਾ ਚੌਥਾ ਫਰੰਟ ਦਾ ਜਿਹਦਾ ਗਠਨ ਕੀਤਾ ਆ, ਤੁਹਾਨੂੰ ਲੱਗਦਾ ਵੀ ਰਵਾਇਤੀ ਪਾਰਟੀਆਂ ਨੂੰ ਉਹ ਟੱਕਰ ਦੇ ਪਾਉਣਗੇ? ਦੇਖੋ, ਗੱਲ ਇਹ ਹੈ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਆਸੀ ਆਪਣੀ ਜ਼ਮੀਨ ਤਲਾਸ਼ ਰਹੇ ਨੇ। ਇਹ ਸਾਰੇ ਪੁਰਾਣੇ ਜਿਹੜੇ ਟਕਸਾਲੀ ਆਪਣੇ ਆਪ ਨੂੰ ਕਹਾਉਂਦੇ ਹੋਏ ਆਗੂ ਨੇ, ਬਹੁਤ ਸਮਾਂ ਇਹਨਾਂ ਨੇ ਸਿਆਸਤ ਵਿੱਚ ਮੌਜਾਂ ਮਾਣੀਆਂ। ਕਦੇ ਪੰਜਾਬ ਦੇ ਵਿੱਚ ਵਜ਼ੀਰ ਰਹੇ ਆ, ਕਦੇ ਸੈਂਟਰ ਦੇ ਵਿੱਚ ਵੀ ਰਹੇ ਆ। ਗੱਲ ਹੈ ਕਿ ਇਹਨਾਂ ਨੇ, ਇਹ ਉਹ ਲੋਕ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਜਿੱਥੋਂ ਸ਼ੁਰੂਆਤੀ ਦੌਰ ਦੇ ਵਿੱਚੋਂ ਗੁਜ਼ਰਿਆ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਨਾਲ ਬੜੇ ਇਕੱਠੇ ਰਹੇ ਨੇ ਇਹ ਸਾਰੇ ਲੀਡਰ। ਹੁਣ ਖੇਰੂ ਖੇਰੂ ਹੋ ਗਿਆ ਸਾਰਾ ਕੁਝ, ਕਿਉਂਕਿ ਨਵਾਂ ਪੂੰਗ ਆਉਂਦਾ। ਬਹੁਤਾ ਇਤਰਾਜ਼ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਪਿੱਪਲ ਦੇ ਪੱਤਿਆਂ ਵੇ ਕਦੀ ਖੜਖੜ ਲਾਈ ਹੈ, ਪੱਤ ਝੜੇ ਪੁਰਾਣੇ ਵੇ ਰੁੱਤ ਨਵੇਂ ਦੀ ਆਈ ਹੈ। ਹੁਣ ਨਵੇਂ ਆ ਗਏ ਤੇ ਪੁਰਾਣੇ ਪੱਤੇ ਜਿਹੜੇ ਆ ਉਹ ਝੜ ਗਏ। ਹੁਣ ਇਹ ਪੁਰਾਣੇ ਪੱਤੇ ਝੜ ਕੇ ਇਕੱਠੇ ਹੋ ਕੇ ਇੱਕ ਰੁੱਖ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਸੁਖਦੇਵ ਸਿੰਘ ਢੀਂਡਸਾ ਹੋਣੀ ਜਦੋਂ ਇਹਨਾਂ ਨੂੰ ਸੰਗਰੂਰ ਤੋਂ ਇਲੈਕਸ਼ਨ ਲੜਾਈ ਜਾਣੀ ਸੀ ਤਾਂ ਉਸ ਵੇਲੇ ਕਹਿੰਦੇ ਸੀ ਮੇਰੀ ਸਿਹਤ ਨਹੀਂ ਠੀਕ, ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ, ਮੈਂ ਆਪਣੀ ਸਿਹਤ ਦੇ ਕਰਕੇ ਮੈਂ ਕੋਈ ਵੀ ਟਿਕਟ ਨਹੀਂ ਲੈਣੀ ਚਾਹੁੰਦਾ। ਉਸ ਵੇਲੇ ਸੁਖਬੀਰ ਸਿੰਘ ਬਾਦਲ ਹੋਣੀ ਜੇਲ੍ਹ ਦੇ ਵਿੱਚ ਟਿਕਟ ਪਾਈ ਫਿਰ ਕੇ ਇਹਨਾਂ ਦੇ ਘਰ ਦੀਆਂ ਕੰਧਾਂ ਦੇ ਉੱਪਰੋਂ ਦੀ ਅੱਡੀਆਂ ਚੱਕ ਚੱਕ ਕੇ ਦੇਖਦੇ ਸੀ ਕਿ ਸੁਖਦੇਵ ਸਿੰਘ ਢੀਂਡਸਾ ਹੋਣੀ ਬਾਹਰ ਕਿਤੇ ਘੁੰਮਦੇ ਫਿਰਦੇ ਨਜ਼ਰ ਆਉਣ, ਮੈਂ ਉਹਨਾਂ ਦੀ ਜੇਲ੍ਹ ਦੇ ਵਿੱਚ ਟਿਕਟ ਪਾ ਦਿਆਂ। ਉਦੋਂ ਨਹੀਂ ਮੰਨੇ, ਫਿਰ ਉਹ ਗੇਟ ਦੇ ਥੱਲੇ ਦੀ ਟਿਕਟ ਛੱਡ ਗਏ, ਉਹ ਪਰਮਿੰਦਰ ਸਿੰਘ ਢੀਂਡਸਾ ਨੂੰ ਚੱਕਣੀ ਪਈ। ਗੱਲ ਇਹ ਹੈ ਕਿ ਉਸ ਵੇਲੇ ਇਹਨਾਂ ਦੀ ਸਿਹਤ ਖਰਾਬ ਸੀ। ਹੁਣ ਕਿਹੜੀਆਂ ਇਹਨਾਂ ਨੇ ਬ੍ਰਹਮੀਆਂ ਪੀ ਲਈਆਂ ਵੀ ਹੁਣ ਇਹਨਾਂ ਦੀ ਸਿਹਤ ਠੀਕ ਹੈ। ਹੁਣ ਫੇਰਾ ਤੋਰਾ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ। ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਸਾਰਿਆਂ ਨੂੰ ਇਕੱਠੀਆਂ ਕਰਕੇ ਇੱਕ ਵੱਡੀ ਪਾਰਟੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਇਹਨਾਂ ਦਾ ਜਿਹੜਾ ਆ ਇਹ ਬਹੁਤ ਦੇਰ ਤੋਂ ਪਹਿਲਾਂ ਲੱਗ ਚੁੱਕਾ ਹੈ। ਹੁਣ ਵਾਲੇ ਸਮੇਂ ਦੇ ਵਿੱਚ ਇਹ ਕਿੱਥੇ ਖੜਦੇ ਨੇ ਬਹੁਤ ਮੁਸ਼ਕਿਲ ਹੈ। ਇਹਨਾਂ ਨੂੰ ਵੀ ਪਤਾ ਹੈ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਇਹਨਾਂ ਨੂੰ ਆਪਣੇ ਦਰਵਾਜ਼ੇ ਖੋਲ੍ਹੇ ਨਹੀਂ। ਉਹ ਵੀ ਕਹਿੰਦੇ ਅਸੀਂ ਤਾਂ ਇਕੱਲੇ ਨੇ ਲੜਨੀ ਹੈ। ਔਰ ਕਿਤੇ ਇਹ ਵੀ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਸੀ ਕਿ ਢੀਂਡਸਾ ਸਾਹਿਬ ਆਮ ਆਦਮੀ ਪਾਰਟੀ ਦੇ ਨਾਲ ਜਾਣਗੇ, ਤੇ ਇਹ ਵੀ ਗੱਲਾਂ ਸੁਣਦੀਆਂ ਸੀਗੀਆਂ ਕਿ ਇਹ ਤਾਂ ਮੀਟਿੰਗਾਂ ਜਾ ਕੇ ਕਰਦੇ ਨੇ। ਪਰ ਢੀਂਡਸਾ ਸਾਹਿਬ ਗੱਠਜੋੜ ਕਰਨਾ ਚਾਹੁੰਦੇ ਸੀ, ਆਮ ਆਦਮੀ ਪਾਰਟੀ ਕਹਿੰਦੀ ਸੀ ਸਾਡੇ ਨਾਲ ਸ਼ਾਮਲ ਹੋ ਜਾਓ। ਆਹੀ ਤਾਂ ਗੱਲ ਹੈ। ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਇਹਨਾਂ ਦੀਆਂ ਗੱਲਾਂ ਉੱਠਦੀਆਂ ਰਹੀਆਂ ਨੇ ਕਿ ਇਹ ਕਿਤੇ ਉਧਰ ਹੀ ਨਾ ਚੱਲ ਜਾਣ, ਕਿਉਂਕਿ ਵੱਡੇ ਵੱਡੇ ਸਨਮਾਨ ਵੀ ਇਹਨਾਂ ਨੂੰ ਮਿਲੇ ਸੀਗੇ ਤੇ ਸਨਮਾਨ ਵੀ ਇਸੇ ਕਾਲੀ ਦੇ ਵਿੱਚ ਦਿੱਤੇ ਗਏ ਸੀ ਕਿ ਸ਼ਾਇਦ ਕਿਤੇ ਢੀਂਡਸਾ ਸਾਹਿਬ ਉਧਰੋਂ ਨਾਰਾਜ਼ ਹੋ ਕੇ ਇੱਧਰ ਹੀ ਨਾ ਖੁਸ਼ ਹੋ ਜਾਣ, ਇੱਧਰ ਹੀ ਨਾ ਕਿਤੇ ਬਗਲਗੀਰ ਹੋ ਜਾਣ। ਪਰ ਢੀਂਡਸਾ ਸਾਹਿਬ ਇਸ ਵੇਲੇ ਆਪਣੀ ਬਹੁਤ ਵੱਡੀ ਸਿਆਸੀ ਜ਼ਮੀਨ ਤਲਾਸ਼ ਰਹੇ ਨੇ। ਉਹਨਾਂ ਦਾ ਨਾਮ ਹੌਲੀ ਹੌਲੀ ਸਿਆਸੀ ਸਫਾਂ ਦੇ ਵਿੱਚੋਂ ਹਾਸ਼ੀਏ ਤੇ ਜਾ ਰਿਹਾ। ਦੇਖੋ, ਸਮਾਂ ਬੜਾ ਸਮਰੱਥ, ਉਹੀ ਅਰਜਨ ਦੇ ਤੀਰ, ਉਹੀ ਅਰਜਨ ਦੇ ਹੱਥ। ਇਸ ਵੇਲੇ ਢੀਂਡਸਾ ਸਾਹਿਬ ਜਿਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਸੀ, ਉਹ ਅੱਜ ਆਪਣਾ ਸਿਆਸੀ ਅਕਸ ਲੱਭਣ ਦੀ ਕੋਸ਼ਿਸ਼ ਦੇ ਵਿੱਚ ਦਰਬਦਰ ਭਟਕ ਰਹੇ ਨੇ। ਬਹੁਤ ਸਾਰੇ ਲੋਕਾਂ ਨਾਲ ਹੱਥ ਮਿਲਾਇਆ, ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਨੇੜੇ ਹੀ ਆ, ਬਹੁਤੀ ਦੂਰ ਥੋੜ੍ਹਾ, ਹੌਲੀ ਹੌਲੀ ਨੱਚ ਜੰਡਿਆਲਾ ਲੱਗ ਗਈ ਆ ਕਹਿੰਦੇ ਹੁੰਦੇ ਆ, ਤੇ ਬਸ ਹੁਣ ਆ ਗਿਆ ਬਸ ਜੰਡਿਆਲਾ। ਕੁਲਦੀਪ ਜੀ, ਤੁਹਾਡੇ ਸਮੀਕਰਨ ਚੌਥੇ ਫਰੰਟ ਬਾਰੇ ਕੀ ਕਹਿੰਦੇ ਨੇ? ਚੌਥੇ ਫਰੰਟ ਬਾਰੇ ਕੋਈ ਸਮੀਕਰਨ ਬਹੁਤੇ ਵਧੀਆ ਨਹੀਂ ਪੰਜਾਬ ਦੇ। ਇੱਕ ਤਾਂ ਗੱਲ ਹੈ ਕਿ ਬਹੁਜਨ ਸਮਾਜ ਪਾਰਟੀ ਨੂੰ ਨਾਲ ਲੈ ਕੇ ਕੋਈ ਸਮੀਕਰਨ ਬਣ ਸਕਦਾ ਸੀ, ਉਹ ਪਹਿਲੇ ਅਕਾਲੀ ਦਲ ਨਾਲ ਸਾਥੀ ਦੇ ਤਕੜੀ ਦਾ ਗੱਠਜੋੜ ਜਿਹੜਾ ਹੋ ਚੁੱਕਾ ਹੈ। ਢੀਂਡਸਾ ਸਾਹਿਬ ਦੀ ਜਿਹੜੀ ਗੱਲ ਹੈ, ਇੱਕ ਤੇ ਇਹ ਗੱਲ ਹੈ ਕਿ ਪੰਜਾਬ ਦਾ ਵਿੱਤ ਵਿਭਾਗ ਜਿਹੜਾ ਨਾ, ਇਹ ਪਿਛਲੇ 15 ਸਾਲਾਂ ਤੋਂ ਅਕਾਲੀਆਂ ਦੇ ਹੱਥ ਹੀ ਹੈ। ਪਹਿਲਾਂ ਜਿਹੜਾ ਸੀ ਢੀਂਡਸਾ ਸਾਹਿਬ ਦੇ ਫਰਜ਼ੰਦ ਨੇ, ਤੇ ਹੁਣ ਮਨਪ੍ਰੀਤ ਬਾਦਲ, ਉਹ ਵੀ ਸਾਬਕਾ ਅਕਾਲੀ ਨੇ, ਤੇ ਉਹਨਾਂ ਨੇ ਵੀ ਸੰਤਾਪ ਹੀ ਭੋਗਿਆ 10 ਸਾਲ, ਖਾਲੀ ਖਜ਼ਾਨਾ ਪੀਪਾ ਖੜਕਾਉਂਦੇ ਰਹੇ ਨੇ। ਤੇ ਮਨਪ੍ਰੀਤ ਬਾਦਲ ਦੇ ਵੀ ਇਹੋ ਹੀ ਹਾਲਤ ਹੈ। ਸੁਖਦੇਵ ਸਿੰਘ ਢੀਂਡਸਾ ਬਾਰੇ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਦਾ ਸਮਾਂ ਸੀ ਉਹ ਲੰਘ ਚੁੱਕਾ ਬੇਸਿਕਲੀ। ਹੁਣ 올림픽 ਓਵਰ ਨੇ, ਤੇ 올림픽 ਤੋਂ ਬਾਅਦ ਕੋਈ ਬਾਕਸਰ ਆਖੇ ਕਿ ਮੇਰੇ ਸਾਹਮਣੇ ਹੁਣ ਜੇ ਕੋਈ ਆ ਗਿਆ ਤੇ ਮੈਂ ਘਸੁੰਨ ਮਾਰ ਕੇ ਮੂੰਹ ਲਾਲ ਕਰ ਦੂੰ ਤੇ ਥੱਲੇ ਸੁੱਟ ਦੂੰ, ਉਹ ਗੱਲ ਬਣਦੀ ਜਾਪਦੀ ਨਹੀਂ। ਉਹ ਗੈਰ ਕਾਨੂੰਨੀ ਤੌਰ ਤੇ ਇਹੋ ਜਿਹਾ ਕੰਮ ਕਰ ਵੀ ਸਕਦਾ ਹੈ ਤੇ ਕਿਸੇ ਨੂੰ ਮਾੜੀ ਮੋਟਾ ਕੋਈ ਡਰ ਵਿਖਾ ਵੀ ਸਕਦਾ ਹੈ। ਸਿਰਫ ਇੰਨਾ ਕਰ ਸਕਦੇ ਨੇ ਕਿ ਅਕਾਲੀ ਦਲ ਦਾ ਜਾਂ ਕਿਸੇ ਹੋਰ ਧਿਰ ਦਾ ਪਿੰਡਾਂ ਦੇ ਵਿੱਚ ਜਾਂ ਕਿਸੇ ਕਸਬਿਆਂ ਦੇ ਵਿੱਚ ਮਾੜਾ ਮੋਟਾ ਨੁਕਸਾਨ ਕਿਸੇ ਕੁਝ ਹਲਕੇ ਜਿਹੇ ਪਰਸੈਂਟੇਜ ਦਾ ਕਰ ਸਕਦੇ ਨੇ। ਇਸ ਤੋਂ ਵੱਧ ਉਹਨਾਂ ਦੀ ਕੋਈ ਚਲਦੀ ਨਜ਼ਰ ਨਹੀਂ ਆਉਂਦੀ। ਉਹ ਜਿਹੜਾ ਇੱਕ ਫਰੰਟ ਹੈ ਉਹ ਇੱਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਝ ਪੁਰਾਣੇ ਲੋਕਾਂ ਨੂੰ ਜੋੜ ਲਿਆ, ਜਿਸ ਵਿੱਚ ਬ੍ਰਹਮਪੁਰਾ ਸਾਹਿਬ ਵੀ ਨੇ, ਕਦੀ ਉਹਨਾਂ ਨਾਲ
ਉਹ ਇਖਤਲਾਫ ਵੀ ਹੋ ਜਾਂਦੇ ਨੇ, ਜੀ। ਪਰ ਸਭ ਕੁਝ ਦੇ ਵਿੱਚੋਂ ਕੋਈ ਚੰਗੀ ਤਸਵੀਰ ਬਣ ਕੇ ਸਾਹਮਣੇ ਨਜ਼ਰ ਨਹੀਂ ਆ ਰਹੀ। ਇਹ ਜਿਹੜੇ ਪੁਰਾਣੇ ਆਨੰਦ ਮਾਣੇ ਹੋਏ ਨੇ, ਇਹ ਸਿਰਫ ਉਹੀ ਲੋਕਾਂ ਦੇ ਸਾਹਮਣੇ ਅਜੇ ਵੀ ਖਲੋਤੇ ਨੇ। ਇਹਨਾਂ ਵਿੱਚੋਂ ਕੋਈ ਚੰਗੇ ਲੀਡਰ ਦੇ ਤੌਰ ਤੇ ਲੋਕਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਜੀ ਜੋਗੀ ਸਾਹਿਬ, ਕੁਝ ਦਿਨ ਪਹਿਲਾਂ ਪਟਵਾਰੀ ਦੀ ਪ੍ਰੀਖਿਆ ਹੋਈ ਸੀ ਤੇ ਜੀ। ਉਸ ਪ੍ਰੀਖਿਆ 'ਚ ਜਿਹੜੇ ਪ੍ਰੀਖਿਆਰਥੀ ਗਏ ਉਹਨਾਂ ਨੂੰ ਕਕਾਰ ਲਾਉਣ ਲਈ ਵੀ ਕਿਹਾ ਗਿਆ ਸੀ ਜੀ। ਤੇ ਸੁਣਿਆ ਵੀ ਹੁਣ ਸ਼੍ਰੋਮਣੀ ਕਮੇਟੀ ਨੇ ਕੋਈ ਐਕਸ਼ਨ ਲਿਆ ਇਹਦੇ ਬਾਰੇ। ਬਿਲਕੁਲ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਜਿਹੜੀ ਜਾਂਚ ਕਮੇਟੀ ਇਹ ਜਾਂਚ ਕਰੂਗੀ ਕਿ ਇਹ ਵਾਕਿਆ ਜਿਹੜਾ ਵਾਪਰਿਆ ਹੈ ਇਹ ਕਿਉਂ ਵਾਪਰਿਆ, ਇਹਦੇ ਪਿੱਛੇ ਕਾਰਨ ਕੀ ਹੈ, ਦੋਸ਼ੀ ਕੌਣ ਨੇ। ਇੱਕ ਜਲੰਧਰ ਦੇ ਵਿੱਚ ਵਿਦਿਆਰਥੀ ਨੂੰ ਕਿਹਾ ਗਿਆ ਕਿ ਤੂੰ ਆਪਣਾ ਕੜਾ ਉਤਾਰ। ਉਸ ਵਿਦਿਆਰਥੀ ਵੱਲੋਂ ਵਿਰੋਧ ਕੀਤਾ ਗਿਆ ਕਿ ਮੈਂ ਆਪਣਾ ਕੜਾ ਨਹੀਂ ਉਤਾਰਨਾ। ਗੁਰਸਿੱਖ ਵਿਦਿਆਰਥੀ ਸੀ ਔਰ ਉਸ ਵਿਦਿਆਰਥੀ ਦੇ ਕੜੇ ਦੇ ਉੱਪਰ ਫਿਰ ਉਹ ਟੇਪ ਲਪੇਟੀ ਗਈ। ਕੀ ਕਾਰਨ? ਉਸ ਕੜੇ ਦੇ ਵਿੱਚ ਉਹ ਕਿਹੜਾ ਯੰਤਰ ਫਿੱਟ ਕਰਕੇ ਲੈ ਕੇ ਚੱਲਾ ਸੀ। ਅਸੀਂ ਅਰਦਾਸਾਂ ਕਰਦੇ ਹਾਂ, ਸਾਡੀਆਂ ਅਰਦਾਸਾਂ ਦੇ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਸਾਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਬਖਸ਼ੀ ਜਾਵੇ। ਜੀ। ਅਸੀਂ ਆਪਣੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ, ਹਰ ਰੋਜ਼ ਕਰਦੇ ਹਾਂ। ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਜੇਕਰ ਆਪਣੇ ਇਸ ਖਿੱਤੇ ਦੇ ਵਿੱਚ ਆਪਣੇ ਕਕਾਰਾਂ ਦੀ ਰਾਖੀ ਨਹੀਂ ਕਰ ਸਕਣਗੇ ਤਾਂ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਕਿੱਥੇ ਬੈਠੀਆਂ ਨੇ। ਜੀ। ਆ ਪਿੱਛੇ ਜੇ ਹਰਿਆਣੇ ਦੇ ਵਿੱਚ ਕੀ ਹੋਇਆ, ਕੁਝ ਲੋਕ ਭੇਸ ਬਟਾ ਕੇ ਉੱਤੋਂ ਦੀ ਕਿਰਪਾਨਾਂ ਪਾ ਕੇ, ਸ੍ਰੀ ਸਾਹਿਬ ਪਾ ਕੇ ਉਹ ਘੁੰਮਦੇ ਹੋਏ ਨਜ਼ਰ ਆਏ। ਕੀ ਇਹ ਬੇਅਦਬੀ ਨਹੀਂ? ਕਿ ਇਹਨਾਂ ਦੇ ਉੱਪਰ ਕੋਈ ਸ਼੍ਰੋਮਣੀ ਕਮੇਟੀ ਨੂੰ ਵੱਡਾ ਕੋਈ ਸਖਤ ਐਕਸ਼ਨ ਨਹੀਂ ਸੀ ਲੈਣਾ ਚਾਹੀਦਾ? ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਮੋਸ਼ ਬੈਠੀ ਰਹੀ, ਸਰਕਾਰ ਨੂੰ ਕਹਿੰਦੀ ਰਹੀ ਕਿ ਕਾਰਵਾਈ ਕਰੋ। ਸਰਕਾਰ ਕਿਉਂ ਕਾਰਵਾਈ ਕਰੂਗੀ? ਸਰਕਾਰ ਦੇ ਨਾਲ ਤੇ ਉਹ ਬੰਦੇ ਕਹਿੰਦੇ ਕਨੈਕਟਡ ਨੇ। ਤੇ ਇਸ ਕਰਕੇ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇਕਰ ਅਸੀਂ ਅਰਦਾਸ ਕਰਦੇ ਹਾਂ ਤਾਂ ਉਸ ਅਰਦਾਸ ਦੇ ਉੱਪਰ ਪਹਿਰਾ ਵੀ ਦੇਣਾ ਪਏਗਾ। ਸਾਨੂੰ ਇਹਨਾਂ ਕਕਾਰਾਂ ਜਿਹੜੇ ਗੁਰੂ ਸਾਹਿਬ ਦੀ ਬਖਸ਼ਿਸ਼ ਨੇ ਉਹਨਾਂ ਦੀ ਕਿਤੇ ਵੀ ਬੇਅਦਬੀ ਹੁੰਦੀ ਹੈ, ਸਖਤ ਐਕਸ਼ਨ ਲੈਣ ਦੀ ਲੋੜ ਹੈ। ਤੇ ਜੇਕਰ ਅਸੀਂ ਨਹੀਂ ਐਕਸ਼ਨ ਲਵਾਂਗੇ ਤੇ ਇਹ ਘਟਨਾਵਾਂ ਵੱਧਦੀਆਂ ਜਾਂਦੀਆਂ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ, ਦਿੱਲੀ ਦੇ ਵਿੱਚ ਵੀ ਹੋ ਚੁੱਕਿਆ ਇਸ ਤਰ੍ਹਾਂ। ਜਦੋਂ ਕੋਈ ਵਿਦਿਆਰਥਣ ਜਾਂਦੀ ਹੈ, ਗੁਰਸਿੱਖ ਵਿਦਿਆਰਥਣ ਆ, ਉਹਨੂੰ ਕਕਾਰ ਉਤਾਰਨ ਦੇ ਲਈ ਕਿਹਾ ਜਾਂਦਾ ਕਿ ਅਸੀਂ ਆਪਣੇ ਜਿਹੜੇ ਕਕਾਰ ਆ ਅਸੀਂ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਲਿਆ ਹੀ ਨਹੀਂ ਸਕੇ, ਅਸੀਂ ਦੱਸ ਹੀ ਨਹੀਂ ਸਕੇ, ਆਪਣੀ ਪਛਾਣ ਹੀ ਨਹੀਂ ਦੱਸ ਸਕੇ। ਦਸਤਾਰਾਂ ਦੀ ਲੜਾਈ ਆ, 에ਅਰਪੋਰਟਾਂ ਦੇ ਉੱਪਰ ਦਸਤਾਰਾਂ ਉਤਰ ਜਾਂਦੀਆਂ ਤਲਾਸ਼ੀ ਦੇ ਨਾਮ ਦੇ ਉੱਪਰ। ਔਰ ਤੁਸੀਂ ਦੱਸੋ ਲੋਕਾਂ ਨੂੰ ਸਾਡੀ ਇੱਕ ਪਛਾਣ ਜਿਹੜੀ ਹੈ, ਸਾਡੀ ਸਿੱਖ ਕੌਮ ਦੀ ਜੋ ਪਛਾਣ ਹੈ ਉਹਦੇ ਬਾਬਤ ਅਸੀਂ ਕਿਉਂ ਸਾਡੀਆਂ ਕਮੇਟੀਆਂ ਜਿਹੜੀਆਂ ਉਹ ਅੱਛੇ ਤਰੀਕੇ ਦੇ ਨਾਲ ਲੋਕਾਂ ਨੂੰ ਦੱਸ ਨਹੀਂ ਸਕੀਆਂ, ਪੂਰੇ ਵਿਸ਼ਵ ਦੇ ਵਿੱਚ ਨਹੀਂ ਦੱਸ ਸਕੀਆਂ ਕਿ ਇਹ ਸਾਡੀ ਸ਼ਾਨ ਬਾਣ ਦਾ ਪ੍ਰਤੀਕ ਹੈ, ਇਹ ਸਾਡੇ ਅਨਿਖੜਵੇਂ ਅੰਗ ਨੇ, ਅਸੀਂ ਇਹਨਾਂ ਨੂੰ ਆਪਣੇ ਅੰਗਾਂ ਤੋਂ ਵੱਖ ਨਹੀਂ ਕਰ ਸਕਦੇ। ਕਮੇਟੀਆਂ ਦੀ ਕਿਤੇ ਨਾ ਕਿਤੇ ਇਹਦੇ ਵਿੱਚ ਆਪਾਂ ਫੇਲੀਅਰ ਮੰਨ ਸਕਦੇ ਹਾਂ। ਉਹਨਾਂ ਦੀ ਇੱਥੇ ਇਹ ਅਸਫਲ ਰਹਿਣ ਵਾਲੀ ਗੱਲ ਜਿਹੜੀ ਆ ਇਹ ਹੁਣ ਜਾਂਚ ਕਮੇਟੀਆਂ ਬਣਾ ਕੇ ਆਪਾਂ ਢਕੀ ਨਹੀਂ ਜਾ ਸਕਦੇ। ਜੀ ਜੋਗੀ ਸਾਹਿਬ, ਜੇ ਪੰਜਾਬ ਤੋਂ ਬਾਹਰ ਨਿਕਲ ਕੇ ਹੁਣ ਪੱਛਮੀ ਬੰਗਾਲ ਦੀ ਗੱਲ ਕਰੀਏ ਤੇ ਮਮਤਾ ਬੈਨਰਜੀ ਦਾ ਨਾਂ ਅੱਜ ਕੱਲ੍ਹ ਬੜੀ ਜ਼ਿਆਦਾ ਚਰਚਾ 'ਚ ਆ, ਕੀ ਕਾਰਨ ਹੈ? ਦੇਖੋ, ਮਮਤਾ ਜੀ ਨੇ ਜੋ ਨਾਮ ਲਿਆ ਆ ਉਹ ਇਸ ਵੇਲੇ ਲੜਾਈ ਦੇ ਨਾਲ ਲਿਆ, ਖੇਲਾ ਕੀਤਾ ਉਹਨਾਂ ਨੇ ਬੜੇ ਵੱਡੇ ਪੱਧਰ ਤੇ। ਜਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਸੀਗੀਆਂ ਤਾਂ ਉਹਨਾਂ ਦੀ ਲੜਾਈ ਕੋਈ ਉੱਥੇ ਕੋਈ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਸੀਗੀ, ਉਹਨਾਂ ਦੀ ਲੜਾਈ ਭਾਰਤ ਸਰਕਾਰ ਦੇ ਨਾਲ ਸੀ। ਪੂਰੀ ਸਰਕਾਰ ਦੀ ਜਿੰਨੀ ਮਸ਼ੀਨਰੀ ਸੀ, ਜਿੰਨੀ ਮਿਨਿਸਟਰੀ ਸੀ, ਸਾਰੀ ਉੱਥੇ ਜਾ ਕੇ ਬੈਠੀ ਹੋਈ ਸੀ ਕਿ ਅਸੀਂ ਮਮਤਾ ਨੂੰ ਹਰਾਉਣਾ ਹੈ। ਇੱਕ ਸੂਬੇ ਦੀ ਮੁੱਖ ਮੰਤਰੀ ਦੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਲੜਾਈ ਹੋਵੇ, ਇਹ ਤਾਂ ਸੰਵਿਧਾਨਿਕ ਤੌਰ ਤੇ ਵੀ ਗਲਤ ਆ। ਠੀਕ ਹੈ ਨਾ ਕਿ ਹਾਂ ਕਿਸੇ ਸੂਬੇ ਦੇ ਵਿੱਚ ਇਲੈਕਸ਼ਨ ਹੁੰਦੀ ਹੈ, ਪ੍ਰਧਾਨ ਮੰਤਰੀ ਕਿਤੇ ਇਕੱਠੇ ਕਰਕੇ ਜੇਕਰ ਉਹ ਪਾਰਟੀ ਨੂੰ ਬਿਲੋਂਗ ਕਰਦਾ ਹੈ ਉੱਥੇ ਇੱਕ ਮੀਟਿੰਗ ਕਰ ਲਵੇ। ਪਰ ਉੱਥੇ ਤਾਂ ਸੈਂਕੜਿਆਂ ਦੇ ਹਿਸਾਬ ਦੇ ਨਾਲ ਮੀਟਿੰਗਾਂ ਹੋਈਆਂ, ਔਰ ਮੀਟਿੰਗਾਂ ਵੀ ਇਸ ਕਦਰ ਕਿ ਬਸ ਹਰ ਰੋਜ਼ ਇੱਕ ਦਿਨ ਦੇ ਵਿੱਚ 2-2, 3-3, 4-4 ਮੀਟਿੰਗਾਂ। ਔਰ ਉਹ ਲੜਾਈ ਸਮਝੀ ਜਾਂਦੀ ਸੀ ਕਿ ਪ੍ਰਧਾਨ ਮੰਤਰੀ ਤੇ ਨਰਿੰਦਰ ਮੋਦੀ ਦੇ ਨਾਲ ਮਮਤਾ ਬੈਨਰਜੀ ਦੀ ਆ। ਠੀਕ ਹੈ, ਮਮਤਾ ਬੈਨਰਜੀ ਉੱਭਰੇ ਉਹਦੇ ਵਿੱਚੋਂ ਅੱਛੇ ਤਰੀਕੇ ਦੇ ਨਾਲ ਲੀਡ ਲੈ ਕੇ ਉਹਨਾਂ ਨੇ ਸਰਕਾਰ ਬਣਾਈ। ਹੁਣ ਜਿੰਨੇ ਮਮਤਾ ਬੈਨਰਜੀ ਦੇ ਬੰਦੇ ਉਹ ਪੱਟ ਕੇ ਲਗਾਏ ਸੀਗੇ ਉਹ ਹੌਲੀ 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 ਪੁੱਠੇ ਪੈਰੀ ਵਾਪਸ ਆ ਰਹੇ। ਮਮਤਾ ਬੈਨਰਜੀ ਦਾ ਨਾਮ ਦੂਸਰੀ ਵਾਰ ਉੱਭਰਿਆ ਉਸ ਹਲਕੇ ਦੇ ਵਿੱਚੋਂ, ਪੱਛਮੀ ਬੰਗਾਲ ਦੇ ਵਿੱਚੋਂ। ਪਹਿਲਾਂ ਜੋਤੀ ਬਾਸੂ ਉਹਨਾਂ ਦਾ ਨਾਮ ਇੱਕ ਵਾਰੀ ਉੱਭਰ ਚੁੱਕਿਆ ਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਬਣਾਇਆ ਜਾਣਾ ਸੀ, ਪਰ ਉਹਨਾਂ ਦੀ ਪਾਰਟੀ ਨੇ ਨਾ ਕਰ ਦਿੱਤੀ। ਉਹ ਕਹਿੰਦੇ ਅਸੀਂ ਨਹੀਂ ਬਣਾਉਣਾ। ਉਹ ਬਹੁਤ ਵੱਡੀ ਉਹਨਾਂ ਦੀ ਗਲਤੀ ਸੀ। ਔਰ ਹੁਣ ਦੂਸਰੇ ਵੇਲੇ ਇਹ ਵੀ ਨਾ ਉੱਭਰ ਰਿਹਾ। ਪਹਿਲਾਂ ਪ੍ਰਣਬ ਮੁਖਰਜੀ ਦਾ ਨਾਮ ਵੀ ਉੱਭਰ ਚੁੱਕਿਆ ਜੋਤੀ ਬਾਸੂ ਤੋਂ ਬਾਅਦ। ਹੁਣ ਉੱਭਰ ਰਿਹਾ ਜੀ ਮਮਤਾ ਬੈਨਰਜੀ ਦਾ ਕਿ ਉਹ ਇੱਕ ਵੱਡਾ ਚਿਹਰਾ ਹੋ ਸਕਦੇ ਨੇ ਜਿਹੜੇ ਕਿ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦੇ ਨੇ। ਇਸੇ ਕਰਕੇ ਉਹਨਾਂ ਨੇ ਦਿੱਲੀ ਵੀ ਗੇੜੇ ਮਾਰੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸੱਚੇ ਦਿਨ ਆਉਣਗੇ, ਕਿ ਤੁਸੀਂ ਅੱਛੇ ਦਿਨ ਦੇਖ ਲਏ ਆ, ਹੁਣ ਸੱਚੇ ਦਿਨ ਵੀ ਦੇਖੋ। ਕਿ ਇਹਨਾਂ ਨੂੰ ਕਿਹਾ ਵਿਰੋਧੀ ਪਾਰਟੀਆਂ ਨੂੰ ਕਿ ਆ ਜਾਓ ਆਪਾਂ ਰਲ ਮਿਲ ਕੇ ਕੋਈ ਐਸਾ ਫਰੰਟ ਬਣਾ ਲਈਏ ਕਿ ਜਿੱਥੋਂ ਅਸੀਂ ਇਹਨਾਂ ਨੂੰ ਢਾ ਸਕੀਏ। ਜੀ ਮੈਂ ਇਹਦੇ ਬਾਰੇ ਜੋੜਨਾ ਚਾਹੁੰਦਾ ਸਭੇਨ ਜੀ, ਇਹ ਜਿਹੜਾ ਈਸਟ ਕੋਸਟ ਦੀ ਗੱਲ ਕੀਤੀ ਹੈ ਬੰਗਾਲ ਦੀ,
ਤੇ ਇਹ ਜਿਹੜਾ ਇੱਕ ਚੌਥਾ ਜਾਂ ਤੀਜਾ ਜਾਂ ਚੌਥਾ ਜਿਹਦੇ ਬਾਰੇ ਪ੍ਰਸ਼ਾਂਤ ਕਿਸ਼ੋਰ ਇਹ ਕਹਿੰਦੇ ਨੇ ਕਿ ਅਜੇ ਉਹਦੀ ਪ੍ਰੋਪਰ ਸਮਾਂ ਉਹਦਾ ਨਹੀਂ ਆਇਆ ਤੀਜੇ ਚੌਥੇ ਫਰੰਟ ਦਾ ਜੀ। ਹੁਣ ਗੇਮ ਤੇ ਜ਼ਿਆਦਾ ਹੈ ਜਿਹੜੀ ਪ੍ਰਸ਼ਾਂਤ ਕਿਸ਼ੋਰ ਤੋਂ ਵਾਲੇ ਘੁੰਮਦੀ ਹੈ, ਪਰ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਹੁਣ ਜ਼ਿਆਦਾ ਉਹਨਾਂ ਦਾ ਸਰਕਲ ਜਿਹੜਾ ਪੂਰੇ ਇੰਡੀਆ ਦੇ ਵਿੱਚ ਸੀ ਉਹ ਘੁੰਮ ਕੇ ਜਿਹੜਾ ਕਾਂਗਰਸ ਦੀ ਹਾਈ ਕਮਾਂਡ ਦੇ ਅੰਡਰ ਹੀ ਉਹ ਜ਼ਿਆਦਾ ਆ ਗਏ ਨੇ। ਤੇ ਰਾਹੁਲ ਤੇ ਗਾਂਧੀ ਇੱਕ ਵਾਰੀ ਕਹਿ ਵੀ ਚੁੱਕੇ ਨੇ ਕਿ ਸਾਡੇ ਹੁਣ ਉਹਨਾਂ ਨੂੰ ਕਾਂਗਰਸ ਦਾ ਹਿੱਸਾ ਹੈ ਤੁਸੀਂ ਸਮਝੋ ਜੀ। ਉਹ ਜਾਂਦੇ ਨੇ ਵੈਸਟ ਕੋਸਟ ਵਿੱਚ ਮੀਟਿੰਗਾਂ ਕਰਨ ਸ਼ਰਦ ਪਵਾਰ ਦੇ ਕੋਲ। ਸ਼ਰਦ ਪਵਾਰ ਜਿਨ੍ਹਾਂ ਦੇ ਬਾਰੇ 1999 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਅਨੰਦਪੁਰ ਸਾਹਿਬ ਦੀ ਸਟੇਜ ਤੋਂ ਖਾਲਸੇ ਦੇ 300 ਸਾਲਾ ਸਥਾਪਨਾ ਦਿਵਸ ਦੇ ਮੌਕੇ ਤੇ ਉਹਨਾਂ ਨੂੰ ਇੰਟਰੋਡਿਊਸ ਕਰਾਉਂਦੇ ਹੋਏ ਆਖ ਦਿੱਤਾ ਸੀ ਕਿ ਇਹ ਭਵਿੱਖ ਦੇ ਪ੍ਰਧਾਨ ਮੰਤਰੀ ਹੋ ਸਕਦੇ ਨੇ। ਵਾਕਈ ਗੱਲ ਸੱਚ ਸਾਬਤ ਹੁੰਦੀ ਲੱਗਦੀ ਸੀ ਕਿ ਸ਼ਰਦ ਪਵਾਰ ਵੀ ਅੱਗੇ ਆ ਸਕਦੇ ਨੇ। ਫਿਰ ਸ਼ਰਦ ਪਵਾਰ ਕਾਂਗਰਸ ਦੇ ਵਿੱਚੋਂ ਨਿਖੜ ਗਏ। ਕਾਂਗਰਸ ਦੇ ਵਿੱਚ ਉਹਨਾਂ ਦੀ ਦਾਲ ਗਲੀ ਨਹੀਂ, ਹਾਈ ਕਮਾਂਡ ਦੇ ਵਿੱਚ ਗਾਂਧੀ ਪਰਿਵਾਰ ਦਾ ਹੀ ਜ਼ੋਰ ਰਿਹਾ ਤੇ ਸ਼ਰਦ ਪਵਾਰ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਧਿਆਨ ਕੇਂਦਰਿਤ ਕਰ ਲਿਆ ਤੇ ਇਸ ਵੇਲੇ ਗੱਠਜੋੜ ਦੇ ਨਾਲ ਸਰਕਾਰ ਉਹ ਚਲਾ ਰਹੇ ਨੇ ਸ਼ਿਵ ਸੈਨਾ ਦੇ ਨਾਲ। ਪਰ ਅਜੇ ਸ਼ਰਦ ਪਵਾਰ ਗੇਮ ਵਿੱਚੋਂ ਬਾਹਰ ਨਹੀਂ। ਜੇ ਇਹ ਤਿਕੜੀ ਜੇ ਬਣ ਜਾਂਦੀ ਹੈ ਫਿਰ ਤੀਜਾ ਚੌਥਾ ਫਰੰਟ ਜਿਹੜਾ ਮਜ਼ਬੂਤ ਨਹੀਂ ਹੋਵੇਗਾ। ਇਸ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਹੈ ਕਾਂਗਰਸ ਨੂੰ ਹੀ ਨਿਭਾਉਣੀ ਪਏਗੀ ਤੇ ਸ਼ਰਦ ਪਵਾਰ ਨੂੰ ਉਹਨਾਂ ਨੂੰ ਗੱਲ ਸਮਝਣੀ ਪਏਗੀ ਕਿ ਅੱਜ ਦੇ ਹਾਲਾਤਾਂ ਦੇ ਮੁਤਾਬਕ ਮੇਰੇ ਨਾਲੋਂ ਦੀਦੀ ਜ਼ਿਆਦਾ ਵੱਡੀ ਨੇਤਾ ਹੈ ਤੇ ਉਸਨੇ ਜਿਸ ਤਰ੍ਹਾਂ ਟੱਕਰ ਦਿੱਤੀ ਹੈ ਜੋਗੀ ਸਾਹਿਬ ਨੇ ਦੱਸਿਆ ਨਰਿੰਦਰ ਮੋਦੀ ਨੂੰ, ਉਹ ਕਿਸੇ ਨੇ ਅਜੇ ਤੱਕ ਦਿੱਤੀ ਨਹੀਂ। ਇੰਨੇ ਵੱਡੀ ਸਟੇਟ ਦੇ ਵਿੱਚੋਂ ਨੇ, ਪੰਜਾਬ ਵਰਗੇ ਛੋਟੇ ਸੂਬਿਆਂ ਚੋਂ ਤਾਂ ਹੈ ਪਰ ਉੱਥੋਂ ਉਹਨਾਂ ਨੂੰ ਵਾਕਿਆ ਜਿਵੇਂ ਇੱਕ ਹੇਠਲੇ ਪੱਧਰ ਤੇ ਆ ਕੇ ਜਿਵੇਂ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਗਿਆ ਸਟੇਜਾਂ ਦੇ ਉੱਪਰੋਂ ਗ੍ਰਹਿ ਮੰਤਰੀ ਵੱਲੋਂ ਤੇ ਪ੍ਰਧਾਨ ਮੰਤਰੀ ਵੱਲੋਂ, ਉਸ ਤੋਂ ਬਾਅਦ ਜਿੱਤ ਜਾਣਾ ਇਹ ਗੱਲ ਇਸ਼ਾਰਾ ਕਰਦਾ ਕਿ ਮਮਤਾ ਬੈਨਰਜੀ ਦੇ ਵਿੱਚ ਕੁਝ ਹੈ। ਪਰ ਉਹ ਦਿੱਲੀ ਆਏ, ਰਕੇਸ਼ ਟਕੈਤ ਨੇ ਕਿਹਾ ਸੀ ਕਿ ਉਹ ਆਉਣਗੇ ਬਾਰਡਰ ਤੇ ਆਉਣਗੇ ਗਾਜ਼ੀਪੁਰ ਤੇ, ਪਰ ਉੱਥੇ ਗਏ ਨਹੀਂ। ਤੇ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਆਖਿਆ ਹੋਇਆ ਕਿ ਸਾਡੀ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਾਂਝ ਨਹੀਂ ਤੇ ਅਸੀਂ ਕਿਸੇ ਨੂੰ ਸਟੇਜ ਤੇ ਸਮਾਂ ਨਹੀਂ ਦੇਵਾਂਗੇ, ਪਰ ਰਕੇਸ਼ ਟਕੈਤ ਦਾ ਸਟੈਂਡ ਇਹ ਨਹੀਂ ਰਿਹਾ। ਉਹ ਪਹਿਲਾਂ ਤੋਂ ਜੁੜੇ ਰਹੇ ਨੇ ਸਿਆਸੀ ਦਲਾਂ ਦੇ ਨਾਲ ਤੇ ਉਹ ਉੱਥੇ ਆਏ ਨਹੀਂ ਮਮਤਾ ਬੈਨਰਜੀ। ਤੇ ਕਿਸਾਨਾਂ ਦੇ ਅੰਦੋਲਨ ਦਾ ਸਬੰਧ ਬੰਗਾਲ ਦੀ ਇਲੈਕਸ਼ਨ ਨਾਲ ਹੈ ਤੇ ਇਸ ਗੱਲ ਨੂੰ ਕੈਸ਼ ਕਰਨ ਦੀ ਉਹਨਾਂ ਨੇ ਟਰਾਈ ਨਹੀਂ ਕੀਤੀ। ਇਹ ਗੱਲ ਸਾਨੂੰ ਸਮਝਣੀ ਪਏਗੀ। ਪਰ ਮਮਤਾ ਬੈਨਰਜੀ ਦਾ ਨਾਂ ਜ਼ਾਹਿਰਾ ਤੌਰ ਤੇ ਤੀਜੇ ਚੌਥੇ ਫਰੰਟ ਦੇ ਆਗੂਆਂ ਦੇ ਨਾਮ ਵਜੋਂ ਉਹਨਾਂ ਦਾ ਨਾਮ ਆਉਂਦਾ ਰਹੇਗਾ ਜੀ। ਕੁਲਦੀਪ ਜੀ, ਜੋਗੀ ਜੀ, ਤੁਸੀਂ ਸਟੂਡੀਓ 'ਚ ਆਏ ਤੇ ਗਿਆਨਵੰਤ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੱਲ ਫਿਰ ਕੁਝ ਨਵੇਂ ਮੁੱਦੇ ਟਟੋਲਾਂਗੇ ਤੇ ਨਵੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਸੀਂ ਬਾਕੀ ਪ੍ਰੋਗਰਾਮਸ ਲਈ ਲਗਾਤਾਰ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।